ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਸਾਡਾ ਰਹੇਗਾ ਸੱਤਾ ਦਾ ਕੇਂਦਰੀਕਰਨ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸੁਖਵਿੰਦਰ ਜੀ। ਡਾਕਟਰ ਸਾਹਿਬ, ਅੱਜ ਜਦੋਂ ਸੱਤਾ ਦੇ ਕੇਂਦਰੀਕਰਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੂਰੇ ਮੁਲਕ ਵਿੱਚ ਧਿਆਨ ਮਾਰ ਲਿਆ ਜਾਏ, ਸਾਰੇ ਪਾਸੇ ਹਰੇਕ ਪਾਰਟੀ, ਭਾਵੇਂ ਕੋਈ ਸੂਬੇ ਦੇ ਵਿੱਚ ਆਪਣੇ ਤੌਰ ਦੇ ਉੱਤੇ ਪਾਰਟੀ ਉੱਭਰ ਕੇ ਸਾਹਮਣੇ ਆਉਂਦੀ ਹੈ, ਭਾਵੇਂ ਕੇਂਦਰੀ ਸਿਆਸਤ ਦੇ ਵਿੱਚੋਂ ਜਾਂ ਦਿੱਲੀੋਂ ਨਿਕਲ ਕੇ ਸਾਹਮਣੇ ਆਉਂਦੀ ਹੈ, ਸਵਾਲ ਆ ਕੇ ਉੱਥੇ ਮੁੱਕਦਾ ਹੈ ਕਿ ਖੇਤਰੀ ਪਾਰਟੀਆਂ ਵੀ ਇਸੇ ਗੱਲ ਦੇ ਵਿੱਚ ਗਲਤਾਨ ਨੇ ਕਿ ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਸਾਡਾ ਜਿਹੜਾ ਉੱਤੇ ਕੁੰਡਾ ਬਣਿਆ ਰਵੇ ਤੇ ਪਾਰਟੀ ਜਿਵੇਂ ਮਰਜ਼ੀ ਵਧੇ ਫੁਲੇ, ਜਿੱਧਰ ਮਰਜ਼ੀ ਨੂੰ ਜਾਏ, ਜਾਂ ਫਿਰ ਪਾਰਟੀ ਡੁੱਬਦੀ ਡੁੱਬੇ। ਸਾਡੇ ਮਸਲੇ ਜਿਹੜੇ ਨੇ ਉਹ ਅਹਿਮ ਹੋਣੇ ਚਾਹੀਦੇ ਨੇ, ਮਤਲਬ ਕਿ ਏਕਾਧਿਕਾਰਵਾਦ ਦੀ ਵੀ ਗੱਲ ਆਉਂਦੀ ਹੈ। ਫਿਰ ਗੱਲ ਇਹ ਹੁੰਦੀ ਹੈ, ਕਈ ਸਵਾਲ ਚੁੱਕ ਦਿੰਦੇ ਨੇ ਕਿ ਸਰਕਾਰ ਭਾਵੇਂ ਦਿੱਲੀੋਂ ਚੱਲੇ, ਭਾਵੇਂ ਅਮਰੀਕਾ ਕੈਨੇਡਾ ਤੋਂ ਚੱਲੇ, ਬਸ ਇਹ ਹੈ ਕਿ ਲੋਕਾਂ ਦੇ ਹੱਕ ਵਿੱਚ ਚੱਲਣੀ ਚਾਹੀਦੀ ਹੈ। ਪਰ ਜਿਹੜੀ ਸਰਕਾਰ ਨੂੰ ਇਹੀ ਨਹੀਂ ਪਤਾ ਕਿ ਲੋਕਾਂ ਦੇ ਨਾਲ ਧਰਾਤਲ ਤੇ ਬੀਤ ਕੀ ਰਹੀ ਹੈ, ਲੋਕਾਂ ਦੀ ਆਵਾਜ਼ ਕੀ ਹੈ, ਉਹ ਸੁਣਨਾ ਹੀ ਨਹੀਂ ਚਾਹੁੰਦੇ। ਉਹ ਸਿਰਫ ਤੇ ਸਿਰਫ ਆਪਣੀਆਂ ਨੀਤੀਆਂ ਆਪਣੀ ਨੀਅਤ ਦੇ ਮੁਤਾਬਕ ਲਾਗੂ ਕਰਨਾ ਚਾਹੁੰਦੇ ਨੇ। ਫਿਰ ਉਹਨਾਂ ਦੇ ਉੱਤੋਂ ਕਿੰਨੀ ਕਾਸ ਕੀਤੀ ਜਾ ਸਕਦੀ ਹੈ? ਦੇਖੋ ਸੁਖਵਿੰਦਰ ਜੀ, ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਪਿਛਲੇ 30-35 ਸਾਲ 'ਚ ਸ਼ੁਰੂ ਹੋ ਗਈ ਹੈ, ਜਿੱਦਾਂ ਦਾ ਅਸੀਂ ਆਪਦਾ ਸਭ ਕੁਝ ਵਿਦੇਸ਼ੀ ਨੀਤੀਆਂ ਨਾਲ ਸਮਝੌਤਾ ਕਰ ਲਿਆ, ਗੈਰ ਸਮਝੌਤਾ ਦਸਤਖਤ ਕਰਤਾ, ਤੇ ਉਹਦੇ ਵਿੱਚ ਅਸੀਂ ਫਿਰ ਗੁਡਸ ਐਂਡ ਟ੍ਰੇਡ ਦੇ ਉੱਤੇ, ਫਿਰ ਇੰਟੈਲੈਕਚੁਅਲ ਪ੍ਰਾਪਰਟੀ ਬੌਧਿਕ ਸੰਪਤੀ ਦੇ ਅਧਿਕਾਰਾਂ ਦੇ ਉੱਤੇ ਹਰ ਤਰ੍ਹਾਂ ਦਾ ਅਸੀਂ ਸਮਝੌਤੇ ਕਰ ਲਏ। ਉਹਨਾਂ ਸਮਝੌਤਿਆਂ ਦੇ ਵਿੱਚ ਇੱਕ ਗੱਲ ਸੀਗੀ ਵੀ ਹਰੇਕ ਚੀਜ਼ ਨੂੰ ਨਿੱਜੀਕਰਨ ਵੱਲ ਲੈ ਕੇ ਜਾਣਾ, ਪ੍ਰਾਈਵੇਟ ਕਰ ਦੇਣਾ, ਸਰਕਾਰ ਦਾ ਕੰਟਰੋਲ ਉਠਾਉਣਾ। ਜਦੋਂ ਸਰਕਾਰ ਦਾ ਕੰਟਰੋਲ ਤੁਸੀਂ ਉਠਾਉਣਾ ਸ਼ੁਰੂ ਕਰਦੇ ਹੋ ਤਾਂ ਉਹਦਾ ਨਤੀਜਾ ਇਹ ਨਿਕਲਦਾ ਕਿ ਤੁਸੀਂ ਸੰਸਥਾਵਾਂ ਉਹਦੇ 'ਚ ਰੋਕ ਬਣਦੀਆਂ ਨੇ। ਕਾਨੂੰਨ ਹੈ, ਕਿਸੇ ਅਫਸਰ ਨੇ, ਕੋਈ ਮਾਹਰ ਨੇ, ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ, ਕਿਸੇ ਸਿਆਸੀ ਵਿਰੋਧੀ ਪਾਰਟੀ ਨੇ ਉਹਦੇ 'ਤੇ ਇਤਰਾਜ਼ ਲਾਉਣਾ। ਫਿਰ ਜੇ ਉਹ ਇਤਰਾਜ਼ ਲਾਉਣੇ ਨੇ ਤਾਂ ਤੁਹਾਡੀ ਇੱਛਾ ਹੁੰਦੀ ਹੈ, ਜਿਹੜੀ ਰਾਜ ਕਰਦੇ ਨੇ, ਕਿ ਉਹ ਇਤਰਾਜ਼ ਲਾਉਣ ਵਾਲੇ ਰਹਿਣ ਨਾ, ਜਾਂ ਉਹਨਾਂ ਨੂੰ ਅਸੀਂ ਖੁੱਡੇ ਲਾਈਨ ਲਾ ਦਈਏ, ਜਾਂ ਉਹਨਾਂ ਨੂੰ ਅਸੀਂ ਆਪਦੇ ਥੱਲੇ ਕਰ ਲਈਏ। ਫਿਰ ਉਹ ਇਤਰਾਜ਼ ਪਾਰਟੀ ਦੇ ਅੰਦਰੋਂ ਵੀ ਲੱਗਣੇ ਸ਼ੁਰੂ ਹੋ ਜਾਂਦੇ ਨੇ। ਉਹ ਕਹਿੰਦੇ ਹੁਣ ਇਹ ਵੀ ਨਾ ਲਾਉਣਾ। ਆ ਕੱਲ੍ਹ ਹੀ ਪਰਸੋਂ ਲੋਕ ਸਭਾ ਦੇ ਵਿੱਚ ਬੀਜੇਪੀ ਦੇ ਐਮਪੀ ਨੇ ਕਿਹਾ ਵੀ ਤੁਸੀਂ 22 ਕਰੋੜ ਬੰਦਿਆਂ ਨੇ ਅਰਜ਼ੀਆਂ ਦਿੱਤੀਆਂ, 22 ਕਰੋੜ 6 ਲੱਖ ਨੇ ਜਵਾਬ ਇਹ ਲੋਕ ਸਭਾ 'ਚ ਤੇ ਕਿ ਰਾਜ ਸਭਾ ਸਦਨ ਦੇ ਵਿੱਚ ਕਿ 7 ਲੱਖ ਨੂੰ ਤੁਸੀਂ ਨੌਕਰੀ ਦਿੱਤਾ, 7,22,000 ਨੂੰ। ਔਰ ਪਿਛਲੇ ਇੰਨੇ ਸਾਲਾਂ ਦੇ ਵਿੱਚ ਜਿੱਦਾਂ ਦੇ ਤੁਸੀਂ ਆਏ ਹੋ, ਇਹ ਹੁਣ ਜਿਹੜਾ 300 ਬੰਦੇ ਐਪਲੀਕੈਂਟ, 300 ਅਰਜੀ ਕਰਤਾ, ਬੇਨਤੀ ਕਰਤਾ ਦੇ ਪਿੱਛੇ ਇੱਕ ਬੰਦੇ ਨੂੰ ਨੌਕਰੀ ਮਿਲੀ ਹੈ, ਜਿਹੜੀ ਉਹ ਆਪ ਕਹਿੰਦੇ ਨੇ ਅਸੀਂ ਦਿੱਤੀ ਹੈ, ਜਦ ਕਿ ਮੋਦੀ ਸਰਕਾਰ 'ਚ ਕਹਿੰਦੇ ਸੀ 2 ਕਰੋੜ ਨੌਕਰੀਆਂ ਹਰ ਸਾਲ ਦੇਵਾਂਗੇ। ਸੋ ਇਹ ਜਿਹੜਾ, ਜੇ ਨੌਕਰੀਆਂ ਨਾ ਵੀ ਮੰਨੇ ਤਾਂ 2 ਕਰੋੜ ਰੁਜ਼ਗਾਰ ਦੀ ਗੱਲ ਮੰਨ ਲਓ, ਫਿਰ ਵੀ 2 ਕਰੋੜ ਰੁਜ਼ਗਾਰ ਵੀ ਕਿੱਥੇ ਪੈਦਾ ਕਰਤਾ। ਹੁਣ ਤਾਂ ਮੋਦੀ ਸਾਹਿਬ ਨੂੰ ਆਇਆ ਨੂੰ 9 ਸਾਲ 8 ਸਾਲ ਤਾਂ ਹੋ ਹੀ ਗਏ। 8 ਸਾਲਾਂ ਦੇ ਵਿੱਚ 2 ਕਰੋੜ ਰੁਜ਼ਗਾਰ ਦੱਸਦੇ ਨੇ ਮੋਦੀ ਸਾਹਿਬ ਵੀ ਆਹ ਭਾਈ ਮੈਂ 8 ਸਾਲਾਂ 'ਚ ਪੈਦਾ ਕਰਤਾ 2 ਕਰੋੜ ਦੇ ਹਿਸਾਬ ਨਾਲ 16 ਕਰੋੜ ਰੁਜ਼ਗਾਰ। ਸੋ ਇਸ ਕਰਕੇ ਇਹ ਜਿਹੜੀਆਂ ਪਾਰਟੀਆਂ ਨੇ, ਇਹ ਪਾਰਟੀ ਦੇ ਅੰਦਰ ਵੀ, ਸਰਕਾਰਾਂ ਦੇ ਅੰਦਰ ਵੀ, ਇਹ ਪੂਰੀ ਪ੍ਰਣਾਲੀ ਜਿਹੜੀ ਸਾਡੀ ਰਾਜ ਦੀ ਪ੍ਰਣਾਲੀ ਹੈ, ਉਹਦੇ ਅੰਦਰ ਵੀ ਏਕਾਧਿਕਾਰਵਾਦ ਚਾਹੁੰਦੇ ਨੇ। ਇਹ ਉਸ ਏਕਾਧਿਕਾਰਵਾਦ ਦੇ ਵਿੱਚ ਪਹਿਲਾਂ ਕੀ ਹੁੰਦਾ ਹੈ ਕਿ ਇੱਕ ਪਾਰਟੀ ਦਾ ਅਧਿਕਾਰ ਹੋਵੇ, ਉਸ ਪਾਰਟੀ 'ਚ ਫਿਰ ਇੱਕ ਪਰਿਵਾਰ ਦਾ ਅਧਿਕਾਰ ਹੋਵੇ, ਉਸ ਪਰਿਵਾਰ 'ਚ ਫਿਰ ਇੱਕ ਵਿਅਕਤੀ ਦਾ ਅਧਿਕਾਰ ਹੋਵੇ। ਇਸ ਪਾਸੇ ਨੂੰ ਚਾਹੇ ਕੋਈ ਖੇਤਰੀ ਪਾਰਟੀ ਹੈ, ਚਾਹੇ ਕੋਈ ਮਤਲਬ ਕੇਂਦਰੀ ਪਾਰਟੀ ਹੈ, ਪੂਰੇ ਭਾਰਤੀ ਸਰਵ ਭਾਰਤੀ ਪਾਰਟੀ ਹੈ, ਚਾਹੇ ਉਹਦਾ ਨਾਂ ਸਰਵ ਭਾਰਤੀ ਰੱਖਿਆ ਉਹਨਾਂ ਨੇ, 4 ਸੂਬਿਆਂ 'ਚ ਹੀ ਹੋਵੇ, ਉਹ ਸਾਰੀਆਂ ਪਾਰਟੀਆਂ ਵਿੱਚ ਸ਼ਾਮਲ ਨੇ। ਸੰਸਥਾਵਾਂ, ਜਿਹੜੀਆਂ ਸੰਸਥਾਵਾਂ ਨੇ, ਕਿਉਂਕਿ ਮੈਂ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ, ਜਿਵੇਂ ਸਾਡੇ ਸਦਨ ਹੁੰਦੇ ਨੇ, ਉਹਨਾਂ ਸਦਨਾਂ ਦਾ ਮੈਂਬਰ ਰਿਹਾ, ਜਿਹੜੇ ਸੰਸਥਾਵਾਂ ਦੇ ਸਦਨ ਹੁੰਦੇ ਨੇ, ਉੱਥੇ ਜਿਹੜਾ ਉੱਥੇ ਉਹਦਾ ਅਧਿਕਾਰੀ ਹੁੰਦਾ ਹੋਇਆ, ਸਭ ਤੋਂ ਉੱਚ ਅਧਿਕਾਰੀ, ਉਹ ਚਾਹੁੰਦਾ ਕਿ ਮੈਨੂੰ ਕੋਈ ਸਵਾਲ ਨਾ ਕਰੇ। ਉਹਦੀ ਕੋਸ਼ਿਸ਼ ਹੁੰਦੀ ਹੈ, ਪਹਿਲਾਂ ਕਾਰਜਕਰਨੀ ਦੀ ਕੋਸ਼ਿਸ਼ ਹੁੰਦੀ ਹੈ, ਜਿਹੜੀ ਜਿਵੇਂ ਮੰਤਰੀ ਪਰਿਸ਼ਦ ਹੈ ਜਿਹੜੀ, ਜੋ ਉੱਤੋਂ ਚੱਲੀਏ ਤਾਂ ਉਹ ਕਾਰਜਕਰਨੀ ਹੈ। ਕਾਰਜਕਰਨੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਐਮਐਲਏ ਸਵਾਲ ਨਾ ਕਰਨ, ਪਹਿਲਾਂ ਉਹ ਕੋਸ਼ਿਸ਼ ਕਰਨੇ ਵਿਰੋਧੀ ਨਾ ਕਰਨ, ਫਿਰ ਕਹਿੰਦੇ ਸਾਡੇ ਵੀ ਨਾ ਕਰਨ। ਫਿਰ ਕਾਰਜਕਰਨੀ 'ਚ ਕੋਸ਼ਿਸ਼ ਹੁੰਦੀ ਹੈ ਕਿ ਮੁੱਖ ਮੰਤਰੀ ਜੋ ਕਹੇ ਉਹ ਹੋ ਜੇ, ਜਾਂ ਪ੍ਰਧਾਨ ਮੰਤਰੀ ਜੋ ਕਹੇ ਹੋ ਜੇ, ਹੋਰ ਕੋਈ ਨਾ ਸਵਾਲ ਕਰੇ। ਇਹ ਇੱਕ ਅਧਿਕਾਰਵਾਦ ਹੈ ਨਾ। ਸੰਸਥਾਵਾਂ ਸਵਾਲ ਨਾ ਕਰਨ, ਮੰਤਰੀ ਪਰਿਸ਼ਦ ਨੇ, ਚਾਹੇ ਕੇਂਦਰ ਦੀ ਹੈ ਚਾਹੇ ਸੂਬਿਆਂ ਦੀ ਹੈ, ਕੋਈ ਫੈਸਲਾ ਲੈਣਾ, ਉਹਦੇ ਉੱਤੇ ਇੱਕ ਨੋਟ ਬਣ ਕੇ ਜਾਂਦਾ, ਉਹਦੇ ਵਿੱਚ ਜਿਹੜਾ ਵੀ ਅਧਿਕਾਰੀ, ਚਾਹੇ ਉਹ ਤਕਨੀਕੀ ਮਾਹਰ ਹੈ, ਚਾਹੇ ਉਹ ਕਿੱਤਾ ਮਾਹਰ ਹੈ, ਚਾਹੇ ਉਹ ਪ੍ਰਸ਼ਾਸਨਿਕ ਮਾਹਰ ਹੈ, ਉਹਨਾਂ ਨੇ ਸਵਾਲ ਲਿਖਤਾ ਜੇ ਵੀ ਆਹ ਗੱਲ ਐ ਠੀਕ ਨਹੀਂ ਹੈ, ਤਾਂ ਉਹਨੂੰ ਬੁਰਾ ਸਮਝਿਆ ਜਾਂਦਾ।
ਉਹਨੂੰ ਇੱਕ ਪਾਸੇ ਲਾਇਆ ਜਾਂਦਾ ਵੀ ਚੱਲ ਚੰਗਾ ਫਿਰ ਅਸੀਂ ਤੇਰੇ ਤੋਂ ਫਾਈਲ ਹੀ ਲੈ ਲੈਣੀ ਹੈ। ਸੋ ਇਹ ਜਿਹੜਾ ਫਿਰ ਜਾਂ ਫਿਰ ਬਾਈਪਾਸ ਹੀ ਕਰ ਦੇਣਾ, ਉਹਦੀ ਗੱਲ ਮਤਲਬ ਉਹ ਫਾਈਲ ਉਹਦੇ ਕੋਲ ਭੇਜਣੀ ਹੋਈ ਨਹੀਂ ਪਹਿਲਾਂ ਹੀ ਵੀ ਪਤਾ ਇਹ ਤਾਂ ਇਹਨੇ ਤਾਂ ਉਲਟਾ ਹੀ ਲਿਖਣਾ ਜਾਂ ਇਹਦਾ ਵਿਚਾਰ ਹੋਰ ਹੈ। ਸੋ ਇਸ ਕਰਕੇ ਉਹਦੇ ਵਿੱਚ ਏਕਾਧਿਕਾਰਵਾਦ ਇਕੱਲਾ ਸਿਆਸਤ 'ਚ ਨਹੀਂ ਹੈ, ਏਕਾਧਿਕਾਰਵਾਦ ਸਾਡੇ ਉੱਤੇ ਤੱਕ ਹੋਣ ਲੱਗਾ ਸੰਸਥਾਵਾਂ 'ਚ ਵੀ, ਉਹਦੇ ਵਿੱਚੋਂ ਇਹ ਵਿਗਾੜ ਨਿਕਲਿਆ। ਤੁਸੀਂ ਦੱਸੋ ਕਿਸੇ ਹਸਪਤਾਲ ਦੇ ਵਿੱਚ ਕੋਈ ਐਸਐਮਓ ਤਿਆਰ ਹੈ ਸੁਣਨ ਨੂੰ ਲੋਕਾਂ ਦੀ ਗੱਲ? ਵੈਸੇ ਨਾਰਮਲੀ ਕੋਈ ਜਾ ਕੇ ਪੁੱਛੇ, ਇਹ ਠੀਕ ਹੈ ਉਹ ਟਾਈਮ ਦੇ ਹਿਸਾਬ ਨਾਲ ਸੁਣੇ, ਨਾ ਹੋਵੇ ਟਾਈਮ ਨਾ ਸੁਣੇ, ਵੀ ਉਹ ਸੁਣਨ ਨੂੰ ਤਿਆਰ ਹੈ ਵੀ ਇਹ ਮਰੀਜ਼ ਦਾ ਇਲਾਜ ਕਿਉਂ ਨਹੀਂ ਹੋਇਆ? ਕੋਈ ਸਿਵਲ ਸਰਜਨ ਸੁਣਨ ਨੂੰ ਤਿਆਰ ਹੈ, ਕੋਈ ਡੀਓ ਸੁਣਨ ਨੂੰ ਤਿਆਰ ਹੈ, ਕੋਈ ਸਕੂਲ ਦਾ ਮਾਸਟਰ, ਪ੍ਰਾਇਮਰੀ ਸਕੂਲ ਦਾ ਮਾਸਟਰ, ਉਹ ਪਿੰਡ ਦੇ ਲੋਕਾਂ ਦੀ ਜਾਂ ਬੱਚੇ ਦੇ ਮਾਪਿਆਂ ਦੀ ਗੱਲ ਸੁਣਨ ਨੂੰ ਤਿਆਰ ਹੈ? ਮੈਨੂੰ ਇੱਕ ਦੱਸ, ਇਹ ਏਕਾਧਿਕਾਰਵਾਦੀ? ਕੋਈ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਰਜਿਸਟਰ ਸੁਣਨ ਨੂੰ ਤਿਆਰ ਹੈ ਬੱਚਿਆਂ ਦੀ ਗੱਲ? ਏਕਾਧਿਕਾਰਵਾਦ ਨਹੀਂ। ਪੰਜਾਬ ਯੂਨੀਵਰਸਿਟੀ ਜੋ ਕੁਝ ਹੋ ਰਿਹਾ, ਚੁਣੇ ਹੋਇਆਂ ਨੂੰ ਭੰਗ ਕਰੀ ਜਾ ਰਹੇ ਨੇ। ਸੋ ਇਸ ਕਰਕੇ ਏਕਾਧਿਕਾਰਵਾਦ ਜਦ ਅਸੀਂ ਕਹਿੰਦੇ ਹਾਂ, ਉਦੋਂ ਜੇ ਅਸੀਂ ਇਕੱਲਾ ਕੇਂਦਰ, ਇਹ ਠੀਕ ਹੈ ਸਿਆਸੀ ਪਾਰਟੀਆਂ ਦਾ ਏਕਾਧਿਕਾਰਵਾਦ ਜ਼ਿਆਦਾ ਖਤਰਨਾਕ ਹੈ, ਕਿਉਂਕਿ ਉਸੇ ਏਕਾਧਿਕਾਰਵਾਦ ਦੇ ਵਿੱਚੋਂ ਨਿਕਲਦਾ ਸੰਸਥਾਵਾਂ ਦਾ ਟੁੱਟਣਾ। ਜੋ ਏਕਾਧਿਕਾਰਵਾਦ ਨਾ ਹੋਵੇ ਤਾਂ ਸੰਸਥਾਵਾਂ ਤਕੜੀਆਂ ਰਹਿ ਸਕਦੀਆਂ ਨੇ, ਪਰ ਇਹਦਾ ਉਲਟ ਪਾਸਾ ਵੀ ਹੈ। ਜੇ ਸੰਸਥਾਵਾਂ ਕਮਜ਼ੋਰ ਹੋ ਜਾਣ ਤਾਂ ਵੀ ਏਕਾਧਿਕਾਰਵਾਦ ਪਾਰਟੀਆਂ ਦੇ ਵਿੱਚ, ਸਿਆਸੀ ਪਾਰਟੀਆਂ 'ਚ ਵੱਧ ਜਾਂਦਾ, ਕਿਉਂਕਿ ਸੰਸਥਾ ਨੂੰ ਟੁੱਕਣ ਵਾਲੀ ਉਹ ਨਹੀਂ ਰਹਿੰਦੀ, ਸੰਸਥਾ ਨਤਮਸਤਕ ਹੋ ਜਾਂਦੀ ਹੈ। ਸੋ ਇਹ ਦੋਨੇ ਇੱਕ ਦੂਜੇ ਦੇ ਪੂਰਕ ਨੇ, ਇੱਕ ਦੂਜੇ ਦੇ ਵਿਰੋਧੀ ਨਹੀਂ ਹੈਗੇ। ਜੇ ਸੰਸਥਾਵਾਂ ਕਮਜ਼ੋਰ ਹੋ ਗਈਆਂ ਤਾਂ ਹੁਣ ਆਪਾਂ ਜੇ ਦੇਖੀਏ ਪੱਛਮੀ ਮੁਲਕਾਂ ਦੇ ਵਿੱਚ, ਉੱਥੇ ਏਕਾਧਿਕਾਰਵਾਦ ਦੀ ਉੱਥੇ ਵੀ ਟੈਂਡੈਂਸੀ ਹੈ। ਬਿਲ ਕਲਿੰਟਨ ਜੋ ਕਹਿੰਦਾ ਹੈ ਉਹੀ ਕਰਨਾ ਚਾਹੁੰਦਾ ਹੈ, ਜੋ ਇਹ ਆਪਣਾ ਰੂਸ ਵਾਲਾ ਕਰਨਾ ਚਾਹੁੰਦਾ ਹੈ ਉਹੀ ਉਹ ਚਾਹੁੰਦਾ ਵੀ ਹੋ ਜੇ। ਤੇ ਇਸੇ ਤਰ੍ਹਾਂ ਹੀ ਜਿਹੜਾ ਚੀਨ ਵਾਲਾ ਉਹ ਕਰਨਾ ਚਾਹੁੰਦਾ, ਕਹਿੰਦਾ ਹੋ ਜੇ, ਦੱਖਣੀ ਕੋਰੀਆ ਵਾਲਾ ਹੋ ਜੇ। ਪਰ ਉਹਨਾਂ ਦੇਸ਼ਾਂ ਦੀਆਂ ਸੰਸਥਾਵਾਂ ਖਾਸ ਕਰਕੇ ਪੱਛਮ ਦੀਆਂ ਕਾਫੀ ਤਕੜੀਆਂ ਨੇ, ਉਹ ਐਦਾਂ ਹੋਣ ਨਹੀਂ ਨੇ। ਟਰੰਪ ਦੀ ਗੱਲ, ਟਰੰਪ ਨੇ ਜੋ ਕੁਝ ਕਿਹਾ, ਟਰੰਪ ਨੂੰ ਇੱਕ ਪੁਲਿਸ ਵਾਲਾ ਕਹਿ ਸਕਦਾ ਵੀ ਤੁਸੀਂ ਆਪਦੇ ਕੰਮ ਦਾ ਧਿਆਨ ਰੱਖੋ, ਮੈਂ ਆਪੇ ਕਰੂੰਗਾ। ਸੰਸਥਾਵਾਂ ਦੀ ਇਹ ਤਾਕਤ ਹੈ। ਟਰੰਪ ਜਦ ਕਹਿ ਦਿੰਦਾ ਹੈ ਵੀ ਪੀ ਲਓ ਤੁਸੀਂ ਕੀ ਉਹ ਆਪਣਾ ਸੋਡੀਅਮ ਹਾਈਪੋਕਲੋਰਾਈਟ ਬਲੀਚਿੰਗ ਪਾਊਡਰ, ਉਦੋਂ ਉਹਨੂੰ ਟੋਕਿਆ ਜਾਂਦਾ ਬੁਰੀ ਤਰ੍ਹਾਂ। ਸਾਡੇ ਤਾਂ ਇੱਥੇ ਕਹਿੰਦੇ ਗੋਹਾ ਮੰਨ ਲਓ, ਗਊਮੂਤਰ ਪੀ ਲਓ ਥੋੜਾ ਕਰੋਨਾ, ਉਸੇ ਕਰੋਨਾ ਦੀ ਗੱਲ ਕਰਦਾ ਮੈਂ। ਇੱਥੇ ਕਿਸੇ ਨੇ ਨਹੀਂ ਟੋਕਿਆ, ਸੰਸਥਾਗਤ ਤਰੀਕੇ ਨਾਲ ਕਿਸੇ ਨੇ ਨਹੀਂ ਟੋਕਿਆ। ਉਂਝ ਕ੍ਰਿਟਿਸਿਜ਼ਮ ਤਾਂ ਲੋਕਾਂ ਨੇ ਕਰਿਆ ਫਿਰ ਵੀ, ਕਿਉਂਕਿ ਇੰਨਾ ਬੰਦ ਨਹੀਂ ਸੀ ਕ੍ਰਿਟਿਸਿਜ਼ਮ, ਡਰ ਸੀਗਾ ਲੋਕਾਂ ਨੂੰ, ਪਰ ਫਿਰ ਵੀ ਬੋਲੇ ਨੇ। ਪਰ ਦੂਜਾ ਪਾਸਾ ਨਹੀਂ ਬੋਲਿਆ ਸੰਸਥਾ ਦੇ ਤੌਰ ਤੇ। ਕਿਹੜਾ ਸਿਹਤ ਮਹਿਕਮਾ ਜਿਹਨੇ ਕਿਹਾ ਹੋਵੇ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਸੋ ਇਸ ਕਰਕੇ ਸਾਡਾ ਸੰਸਥਾਗਤ ਢਾਂਚਾ ਟੁੱਟਣ ਕਰਕੇ, ਉਹ ਢਾਂਚਾ ਤੋੜਨ ਦੇ ਵਿੱਚ ਪਿਛਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ, ਹੋਣ ਵਾਲੀ ਜ਼ਿਆਦਾ ਜ਼ਿੰਮੇਵਾਰ ਹੈ। ਉਹ ਸੰਸਥਾਗਤ ਢਾਂਚਾ ਟੁੱਟ ਗਿਆ। ਦੂਜੇ ਪਾਸੇ ਪੋਲੀਟੀਕਲ ਪਾਰਟੀਆਂ ਦਾ ਥੱਲੇ ਲੋਕਾਂ 'ਚ ਪ੍ਰਭਾਵ ਹੀ ਨਹੀਂ ਹੈ। ਲੋਕਾਂ ਤੋਂ ਸਿਰਫ ਵੋਟਾਂ ਲੈਂਦੀਆਂ ਨੇ, ਪ੍ਰਭਾਵ ਦੀ ਗੱਲ ਨਹੀਂ ਵੀ ਮੈਂ ਉਲਟ ਪਾਸੇ ਦੀ ਲਵਾਂਗਾ ਕਿ ਉਹਨਾਂ ਦਾ ਲੋਕਾਂ ਥਾਈਂ ਜਿਹੜਾ ਸਰੋਕਾਰ ਹੈ ਉਹ ਸਿਰਫ ਵੋਟਾਂ ਲੈਣ ਤੱਕ ਹੈ। ਉਹ ਇਸੇ ਕਰਕੇ ਉਹਨਾਂ ਵੋਟਾਂ 'ਚ ਦੋਸ਼ ਵੀ ਲੱਗਦੇ ਨੇ, ਕੁਛ ਹੱਦ ਤੱਕ ਸੱਚ ਵੀ, ਉਹ ਪੈਸੇ ਵੀ ਬਣਦੇ ਨੇ, ਉਹ ਝੂਠੇ ਲਾਲਚ ਵੀ ਦਿੰਦੇ ਨੇ, ਉਹ ਝੂਠੇ ਵਾਅਦੇ ਵੀ ਕਰਦੇ ਨੇ, ਉਹ ਈਵੀਐਮ ਦੀ ਹੇਰਾਫੇਰੀ ਵੀ ਕਰਦੇ ਨੇ, ਉਹ ਝੂਠੀਆਂ ਵੋਟਾਂ ਵੀ ਪਵਾਉਂਦੇ ਨੇ, ਜਿੱਥੇ ਕਿਤੇ ਜ਼ੋਰ ਲੱਗਦਾ ਉੱਥੇ ਦੰਗਾ ਕਰਕੇ ਵੀ ਵੋਟਾਂ ਪਵਾ ਦਿੰਦੇ ਨੇ। ਬੂਥ ਕਲਚਰ ਵੀ ਇੱਥੇ ਪੰਚਾਇਤ ਦੀਆਂ ਚੋਣਾਂ 'ਚ ਚੱਕ ਕੇ ਭੱਜ ਗਿਆ ਸੀ ਉਹ ਬੂਥ ਮਤ ਪੇਟੀ ਬੰਦਾ, ਗੋਲੀ ਚੱਲ ਗਈ ਸੀ ਤਰਨਤਾਰਨ ਦੇ ਵਿੱਚ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਧੱਕਾ ਇਸ ਗੱਲ 'ਚੋਂ ਹੀ ਨਿਕਲਦਾ ਹੈ ਕਿ ਵੋਟਾਂ ਨਾਲ ਤਾਂ ਤੁਸੀਂ, ਵੋਟ ਤਾਂ ਤੁਸੀਂ ਸਿਰਫ ਖਰੀਦਣੀ ਹੈ ਕਿਸਮ ਦੀ, ਚਾਹੇ ਭੁਲੇਖੇ ਨਾਲ ਚਾਹੇ ਧੋਖੇ ਨਾਲ। ਇਹਨੂੰ ਕਹਿੰਦੇ ਨੇ ਮੈਨੂਫੈਕਚਰਿੰਗ ਦੀ ਕੰਸੈਂਟ। ਕਿਸੇ ਵਿਦਵਾਨ ਨੇ ਕਿਹਾ ਕਿ ਅੱਜ ਲੋਕਾਂ ਦੀ ਰਾਏ ਬਣਾਈ ਜਾਂਦੀ ਹੈ, ਲੋਕਾਂ ਦੀ ਰਾਏ ਹੁੰਦੀ ਨਹੀਂ ਹੈ, ਘੜੀ ਜਾਂਦੀ ਹੈ। ਬਣਾਈ ਵੀ ਨਹੀਂ, ਘੜੀ ਜਾਂਦੀ ਹੈ ਲੋਕਾਂ ਦੀ ਰਾਏ, ਇਹ ਘੜ ਲੈਂਦੇ ਨੇ। ਇਸੇ ਕਰਕੇ PK ਦੇ ਪਾਵਰ ਚੱਲਦੀ ਹੈ ਕਿ ਉਹ ਕਿਹੜੇ ਨਾਅਰੇ ਦੇ ਨਾਲ ਜਿੱਤ ਜਾਣਗੇ। ਇਹ ਇਸੇ ਕਰਕੇ ਘਟੀਆ ਨਾਅਰੇ ਲੱਗਦੇ ਨੇ। ਜੇ ਖਾਲਿਸਤਾਨ ਦਾ ਕਾਲੀ ਦੇਵ ਦੇ ਮੰਦਿਰ 'ਤੇ ਲਿਖਿਆ ਜਾਂਦਾ ਹੈ, ਜੇ ਖਾਲਿਸਤਾਨ ਦਾ ਇੱਥੇ ਕਾਲੀ ਦੇਵ ਦੇ ਪਟਿਆਲੇ ਦੇ ਮੰਦਿਰ ਦੇ ਅੱਗੇ ਰੌਲਾ ਪੈਂਦਾ ਹੈ, ਉਹ ਅੰਮ੍ਰਿਤਸਰ ਇੱਥੇ ਸੰਗਰੂਰ ਲਿਖਿਆ ਗਿਆ ਸੀ ਨਾ, ਤੇ ਪਹਿਲਾਂ ਵੋਟਾਂ ਵੇਲੇ, ਤਾਂ ਉਹ ਕਿਸੇ ਏਜੰਸੀ ਦਾ, ਕਿਸੇ ਉਸ ਦਾ ਹੀ ਕੰਮ ਹੈ ਜਿਹੜਾ ਲੋਕਾਂ ਦੇ ਵਿੱਚ ਆਪਦੀ ਮਰਜ਼ੀ ਦੀ ਰਾਏ ਬਣਾਉਣੀ ਚਾਹੁੰਦਾ ਹੈ। ਰਾਏ ਉਹਨਾਂ ਤੇ, ਬਲਕਿ ਉਹਨਾਂ ਦੀ ਘੜਨੀ ਚਾਹੁੰਦਾ ਰਾਏ, ਤਾਂ ਕਿ ਉਹਨਾਂ ਨੂੰ ਹੋ ਜੀ ਯਾਰ ਐਂ ਹੋ ਜਾਊਗਾ। ਉਹ ਹਿੰਦੂ ਬਾਹਰ ਹੀ ਨਹੀਂ ਨਿਕਲੇ, ਬਹੁਤੇ ਜਿਹੜੇ ਨਿਊਟਰਲ ਹਿੰਦੂ ਸੀ ਉਹ ਬਾਹਰ ਨਹੀਂ ਨਿਕਲੇ ਵੀ ਇਹ ਤਾਂ ਖਾਲਿਸਤਾਨ ਬਣ ਜਾਊਗਾ। ਸੋ ਇਸ ਕਰਕੇ ਏਕਾਧਿਕਾਰਵਾਦ ਪਹਿਲਾਂ ਆਪਾਂ ਮੰਨੀਏ ਵੀ ਸਾਰੇ ਪਾਸੇ ਚੱਲ ਰਿਹਾ। ਆ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਹੋਈਆਂ, ਮਾਨਯੋਗ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਚਾਂਸਲਰ ਨੇ ਚੁਣਿਆ ਹੋਈਆਂ, ਪਹਿਲਾਂ ਚੋਣਾਂ ਕਰਾਈਆਂ ਨਹੀਂ। ਜਦ ਚੋਣਾਂ ਹਾਈ ਕੋਰਟ ਨੇ ਬੜੀ ਸਖਤੀ ਨਾਲ ਲਿਖਿਆ, ਚੋਣਾਂ ਕਰਾਤੀਆਂ, ਉਹ 'ਚ ਹਾਰ ਗਈ ਰਾਜ ਕਰਨ ਵਾਲੀ ਪਾਰਟੀ, ਬੁਰੀ ਤਰ੍ਹਾਂ ਹਾਰ ਗਈ। ਉਹ ਜਿਹੜੇ ਨੋਟੀਫਾਈ ਕਰਨੇ ਸੀ ਜਿੱਤੇ ਹੋਏ,
ਉਹ ਨੋਟੀਫਾਈ ਨਹੀਂ ਕਰੇ, ਹਾਲਾਂਕਿ ਕਾਨੂੰਨ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਿ ਉਹ ਇਸ ਨੂੰ ਰੱਦ ਕਰ ਦੇਵੇ। ਉਹਨੇ ਚੱਕ ਕੇ ਰੱਦ ਕਰਤੀ, ਦੁਬਾਰਾ ਆਪਣੀ ਮਰਜ਼ੀ ਦੇ ਚੋਣ ਕਰ ਦੇ। ਔਰ ਹਾਈ ਕੋਰਟ 'ਚ ਦੁਬਾਰਾ ਗਏ, ਉੱਥੇ ਜੱਜ ਸਾਹਿਬ ਨੇ ਕਿਹਾ ਮੈਂ ਤਾਂ ਕੋਈ ਸਟੇ ਨਹੀਂ ਦੇਣੀ। ਕੀ ਕਰੋਗੇ ਤੁਸੀਂ, ਕਿੱਥੇ ਜਾਓਗੇ? ਕਿਸੇ ਨੇ ਸਵਾਲ ਨਹੀਂ ਕਰਿਆ ਵੀ ਜਿਹੜੇ 6 ਚੁਣੇ ਗਏ ਸੀ ਹਾਈ ਕੋਰਟ ਦੇ ਹੁਕਮ ਨਾਲ, ਉਹਨਾਂ ਦੀ ਨੋਟੀਫਿਕੇਸ਼ਨ ਕਿਉਂ ਨਹੀਂ ਹੋਈ? ਉਹ ਸਵਾਲ ਹੱਲ ਹੀ ਨਹੀਂ ਕਰਿਆ। ਉਹਨੂੰ ਜਾਂ ਤਾਂ ਕਹਿੰਦੇ ਵੀ ਵਾਈਸ ਪ੍ਰੈਜ਼ੀਡੈਂਟ ਦਾ ਅਧਿਕਾਰ ਹੈਗਾ ਨਾ ਕਰਨ ਦਾ, ਜਾਂ ਕਹਿੰਦੇ ਨਹੀਂ ਹੈਗਾ। ਸੋ ਇੱਕ ਅਧਿਕਾਰਵਾਦ ਇੱਕ ਜਗ੍ਹਾ ਤੇ ਨਹੀਂ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਉਹਦੇ ਵਿੱਚ ਜਿਹੜੀ ਬੀਜੇਪੀ ਹੈ ਉਹ ਜ਼ਿਆਦਾ ਇੱਕ ਅਧਿਕਾਰਵਾਦ ਚੱਲੀ ਹੋਈ ਹੈ। ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਵੀ ਘੱਟ ਇੱਕ ਅਧਿਕਾਰਵਾਦ ਨੇ। ਇੱਥੇ ਅਕਾਲੀ ਦਲ ਸੀ, ਉਹ ਸੁਖਬੀਰ ਬਾਦਲ ਦੇ ਹੁਕਮ ਚੱਲਦਾ ਸੀ ਨਾ, ਸਭ ਨੂੰ ਪਤਾ ਹੀ ਹੈ। ਜੇ ਸੁਖਬੀਰ ਬਾਦਲ ਨਹੀਂ ਚਾਹੁੰਦਾ ਸੀ ਤਾਂ ਵੱਡੇ ਬਾਦਲ ਵੀ ਕੁਝ ਨਹੀਂ ਕਰ ਸਕਦੇ ਸੀ। ਆ ਪਿਛਲੀਆਂ 2 ਸਰਕਾਰਾਂ 'ਚ ਤਾਂ, ਉਦੋਂ ਪਹਿਲਾਂ ਤਾਂ ਫਿਰ ਵੀ ਮਾੜਾ ਮੋਟਾ ਸੀਗਾ, ਠੀਕ ਹੋ ਗਿਆ। ਐਸਜੀਪੀਸੀ ਕਿਹਦਾ ਚੱਲਦਾ? ਫਿਰ ਇਸ ਤੋਂ ਅੱਗੇ ਲੈ ਲਓ, ਆਪ ਪਾਰਟੀ ਆਈ ਹੈ, ਇਹ ਤਾਂ ਕਹਿੰਦੀ ਸੀ ਅਸੀਂ ਆਮ ਲੋਕਾਂ ਦੀਆਂ, ਇਹਦੇ 'ਚ ਕਿਹਦਾ ਚੱਲਦਾ? ਜਾਂ ਕੇਜਰੀਵਾਲ ਦਾ ਜਾਂ ਭਗਵੰਤ ਮਾਨ ਦਾ। ਜੇ ਅਸੀਂ ਕਹੀਏ ਕਾਂਗਰਸ, ਉਹਦੇ 'ਚ ਕਿਹਦਾ ਚੱਲਦਾ? ਇੱਥੇ ਆਪਾਂ ਦੇਖਿਆ ਹੀ ਹੈ, ਜਿਹੜਾ ਮੁੱਖ ਮੰਤਰੀ ਬਦਲ ਰਿਹਾ ਸੀ ਉਹ ਐਮਐਲਏ ਨੇ ਬਦਲਿਆ ਸੀ। ਸੁਰੱਖਿਆ ਤੇ ਰੌਲਾ ਰੌਲਾ ਭਾਵੇਂ ਪਾਇਆ ਸੀ, 3-4 ਨਾਮ ਨਹੀਂ ਕਿਵੇਂ ਆਏ, ਕਿਵੇਂ ਉਹ ਹੋਇਆ? ਪ੍ਰਧਾਨ ਬਦਲ ਜਾਂਦੇ ਨੇ ਇਹਨਾਂ ਦੇ, ਉੱਤੋਂ ਨੋਮੀਨੇਟ ਹੁੰਦੇ ਨੇ ਕਿ ਨਹੀਂ? ਹਰ ਵਿੰਗ ਦੇ, ਅੱਜ ਅਕਾਲੀ ਦਲ ਨੇ ਕਹਿੰਦੇ ਜੀ ਅਸੀਂ ਆਪਦੇ ਸਾਰੇ ਵਿੰਗ ਭੰਗ ਕਰਤੇ। ਉਹ ਭੰਗ ਕੀ ਕਰੇ? ਇਹਦਾ ਮਤਲਬ ਇੱਕ ਪ੍ਰਧਾਨ ਕੋਲ ਪਾਵਰ ਹੈ ਵੀ ਜੋ ਮਰਜ਼ੀ ਕਰਦੇ, ਵੀ ਅੱਜ ਸਾਰੇ ਖਤਮ ਜੀ। ਇਹਦਾ ਮਤਲਬ ਸਾਡਾ ਸੰਸਥਾਗਤ ਢਾਂਚਾ ਤਾਂ ਖਤਮ ਹੈ। ਪਾਰਟੀਆਂ ਦਾ ਸੰਸਥਾਗਤ ਢਾਂਚਾ ਵੀ ਜ਼ਰੂਰੀ ਹੈ, ਬਲਕਿ ਜਿਹੜੇ ਪੱਛਮੀ ਮੁਲਕ ਨੇ ਉਹਨਾਂ ਦੇ ਸੰਸਥਾਗਤ ਢਾਂਚੇ ਦਾ ਕੀ ਹਿੰਮਤ ਹੈ? ਉਹਨਾਂ ਦਾ ਚੋਣ ਕਮਿਸ਼ਨ, ਉਸ ਪਾਰਟੀ ਦੀਆਂ ਦਾ ਕੈਂਡੀਡੇਟ ਕੌਣ ਹੋਊ ਪ੍ਰੈਜ਼ੀਡੈਂਟ ਦਾ ਅਮਰੀਕਾ ਦਾ, ਉਹਦੀ ਚੋਣ ਵੱਖਰੀ ਹੁੰਦੀ ਹੈ ਪਹਿਲਾਂ। ਵੀ ਉਹ ਚੋਣ 'ਚ ਜਿੱਤਦੇ ਸਾਡੇ ਕੋਲ 2 ਕੈਂਡੀਡੇਟ ਇੱਕੋ ਪਾਰਟੀ ਦੇ ਹੋ ਗਏ, ਵੀ ਉਹ ਕਹਿੰਦਾ ਮੈਂ ਬਣਨਾ, ਉਹ ਕਹਿੰਦਾ ਮੈਂ ਬਣਨਾ। ਉਹਨਾਂ ਦੀ ਬਾਕਾਇਦਾ ਪਾਰਟੀ ਦੇ ਮੈਂਬਰ ਚੋਣ ਕਰਦੇ ਨੇ ਵੀ ਕਿਹੜਾ ਬਣਨਾ ਚਾਹੀਦਾ ਕੈਂਡੀਡੇਟ ਬਣਨ ਵਾਸਤੇ ਵੀ। ਇੱਥੇ ਕਿਸੇ ਨੂੰ ਪੁੱਛਿਆ ਜਾਂਦਾ? ਹੁਣ ਆਪ ਪਾਰਟੀ ਨੇ 117 ਸੀਟਾਂ ਲੜੀਆਂ, ਉਹਦੇ ਵਿੱਚ ਤਕਰੀਬਨ 55 ਕੈਂਡੀਡੇਟ, 55 ਤੋਂ 60 ਐਸੇ ਸੀ ਜਿਹੜੇ ਦੂਜੀਆਂ ਪਾਰਟੀਆਂ 'ਚ ਡੱਪੇ ਮਾਰ ਕੇ ਆਏ ਸੀ। ਜਿਹੜੇ ਪਹਿਲਾਂ ਇਹਨਾਂ ਦਾ ਨਾਲ ਰਹੇ ਉਹ ਤਾਂ ਕਿਧਰੇ ਭੱਜ ਗਏ, ਕਿਧਰੇ ਮਤਲਬ ਰਹਿ ਗਏ। ਸੋ ਉਹ ਫਿਰ ਦੂਜਿਆਂ ਚਲੇ ਗਏ, ਕਈ ਉਹਨਾਂ ਤੋਂ ਦੂਜੇ ਪਾਸੇ ਛਿੜਪੇ ਮਾਰ ਗਏ, ਕਈ ਉਹੀ ਕੁਛ ਨਾ ਕੁਛ ਕਹਿੰਦੇ ਰਹੇ। ਸੋ ਇੱਕ ਅਧਿਕਾਰਵਾਦ ਮਮਤਾ ਬੈਨਰਜੀ ਜਿੱਤ ਕੇ ਆਈ ਹੈ, ਤੇ ਉਧਰੋਂ ਉਹ ਇੱਕ ਪਾਸੇ ਜੇ ਉਹਨੇ ਕਹਿਤਾ, ਮਮਤਾ ਬੈਨਰਜੀ ਨੇ, ਲੋਕ ਕਹਿੰਦੇ ਨੇ ਵੀ ਮਮਤਾ ਬੈਨਰਜੀ ਕੇਂਦਰ ਦੇ ਖਿਲਾਫ ਲੜ ਰਹੀ ਹੈ। ਆਰਐਸ ਨੇ ਸਟੇਟਮੈਂਟ ਦਿੱਤੀ ਹੈ 21 ਜੁਲਾਈ ਨੂੰ ਜਹਾਦ ਦਿਨ ਕਹਿੰਦੇ ਨੇ ਉਹ। 1993 ਦੇ ਵਿੱਚ ਮਮਤਾ ਬੈਨਰਜੀ ਯੂਥ ਕਾਂਗਰਸ ਦੀ ਪ੍ਰਧਾਨ ਸੀ, ਉੱਥੇ ਗੋਲੀ ਚੱਲ ਗਈ ਸੀ, 13 ਬੰਦੇ ਮਰ ਗਏ ਸੀ ਕਲਕੱਤੇ ਦੇ ਵਿੱਚ। ਇਹ ਰਾਈਟਰ ਬਿਲਡਿੰਗ ਦਾ ਘਰਾਓ ਕਰ ਰਹੀ ਸੀ, ਯਾਨੀ ਕਿ ਸੈਕਟਰੀਏਟ ਆ ਰਾਈਟਰ ਬਿਲਡਿੰਗ ਉਹਨਾਂ ਦੀ, ਜਿਵੇਂ ਆਪਣੇ ਇੱਥੇ ਚੰਡੀਗੜ੍ਹ ਸੈਕਟਰੀਏਟ ਹੈ। ਤੇ ਉਹ 13 ਬੰਦੇ ਮਰ ਗਏ ਸੀ। ਉਹਦਾ ਇਹਨੇ 2011 ਜੁਡੀਸ਼ੀਅਲ ਪ੍ਰੋਪਰ ਕਰਾ ਕੇ ਉਹਨੂੰ ਇਹ ਸ਼ਹੀਦੀ ਦਿਵਸ ਵਜੋਂ ਮਨਾਉਂਦੇ ਨੇ। ਸਾਡੇ ਤਾਂ ਸ਼ਹੀਦੀ ਦਿਵਸ ਨੂੰ ਭਗਤ ਸਿੰਘ ਦੇ ਨੂੰ ਵੀ ਕਹਿ ਦਿੱਤਾ, ਸਾਡੇ ਚੁਣੇ ਹੋਏ ਐਮਪੀ ਨੇ, ਵੀ ਉਹ ਤਾਂ ਸ਼ਹੀਦੀ ਨਹੀਂ ਸੀਗਾ ਔਰ ਉਹਦੇ ਪਿੱਛੇ ਬੈਂਡ ਵੈਗਨ ਵੀ ਲੱਗ ਗਿਆ ਕੁਛ, ਕਿਉਂਕਿ ਬੀਜੇਪੀ ਹੋਰ ਸਾਰੇ ਚਾਹੁੰਦੀ ਨੇ ਵੀ ਪੰਜਾਬੀ ਕੁਛ ਨਹੀਂ ਸੀ, ਕੋਈ ਸ਼ਹੀਦ ਨਹੀਂ ਸੀਗੇ। ਇਹ ਤਾਂ ਰੋਜ਼ ਕਿਤਾਬਾਂ 'ਚ ਲਿਖਦੇ ਨੇ ਵੀ ਇਹ ਤਾਂ ਬੰਬਾਂ ਬੱਸਾਂ ਨਾਲ ਹੀ ਸੀ, ਕਿੱਥੇ ਸ਼ਹੀਦ ਸੀਗੇ। ਸੋ ਇਸ ਕਰਕੇ ਇੱਕ ਅਧਿਕਾਰਵਾਦ ਉਹ ਚੈਲੰਜ ਕਰਦੀ ਹੈ ਇੱਕ ਪਾਸੇ ਤਾਂ, ਕਿ ਜੀ ਹੁਣ ਅਸੀਂ ਬੀਜੇਪੀ ਉਖਾੜੋ ਦਾ ਨਾਰਾ ਦਿੰਦੀ ਹੈ, ਦੂਜੇ ਪਾਸੇ ਆਪਦਾ ਇੱਕ ਅਧਿਕਾਰਵਾਦ ਕਾਇਮ ਰੱਖਦੀ ਹੈ। ਇਸੇ ਇੱਕ ਅਧਿਕਾਰਵਾਦ ਨੂੰ ਕਾਇਮ ਰੱਖਣ ਵਾਸਤੇ ਉਹਨੇ ਹਾੜੇ ਕੱਢ ਕੇ ਚੋਣ ਕਰਵਾਈ, ਕਿਉਂਕਿ 6 ਮਹੀਨਾ ਚੋਣ ਹੋਣੀ ਜ਼ਰੂਰੀ ਸੀ। ਉਹ ਚੋਣ ਹਾਰ ਗਈ ਸੀ ਤੇ ਬੀਜੇਪੀ ਨੇ ਚੋਣ ਨਹੀਂ ਉਹਦੀ ਕਰਵਾਉਣੀ ਸੀ, ਕਿਸੇ ਹੋਰ ਨੂੰ ਬਣਾ ਕੇ ਮੁੱਖ ਮੰਤਰੀ। ਉਹ ਤਾਂ ਬਣੀਆਂ ਹੋਈਆਂ ਸਰਕਾਰਾਂ ਤੋੜ ਦਿੰਦਾ, ਜਿੱਥੇ ਪਹਿਲੇ ਮੁੱਖ ਮੰਤਰੀ ਦੇ ਪੈਰ ਹਿੱਲੇ ਹੋਣ ਉਹਨੂੰ ਤੋੜਨਾ ਕੀ ਔਖਾ। ਇਸੇ ਕਰਕੇ ਮਮਤਾ ਬੈਨਰਜੀ ਨੇ, ਤੁਸੀਂ ਦੇਖੋ ਕੀ ਤੁਸੀਂ ਕਹਿੰਦੇ ਇੱਕ ਅਧਿਕਾਰਵਾਦ, ਮਮਤਾ ਬੈਨਰਜੀ ਨੇ ਵੋਟ ਕਿਹਨੂੰ ਪਾਈ? ਰਾਸ਼ਟਰਪਤੀ ਦੀ ਮੁਰਮੂ ਜੀ ਨੂੰ। ਉਪ ਰਾਸ਼ਟਰਪਤੀ ਜਿਹੜੇ ਗਵਰਨਰ ਉਹਦਾ ਰੋਜ਼ ਟੱਕਰ ਰਹਿੰਦੀ ਸੀ, ਉਹਨੂੰ ਵੋਟ ਉਹਨੂੰ ਜਿਤਾਉਣ ਵਾਸਤੇ ਉਹਨੇ ਕਿਹਾ ਜਿਹੜਾ ਦੂਜਾ ਕੈਂਡੀਡੇਟ ਖੜਾ ਕਰਨ ਦੀ ਕਾਂਗਰਸ ਗੱਲ ਕਰੀਏ, ਮੇਰੇ ਆਪੋਜੀਸ਼ਨ ਗੱਲ ਕਰੀਏ, ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ। ਇਹ ਕੀ ਸੀ? ਇੱਕ ਐਡੇ ਵੱਡੇ ਨੇਤਾ ਵੱਲੋਂ ਤੁਸੀਂ ਮੈਨੂੰ ਕਹਿ ਦੋ ਵੀ ਡਾਕਟਰ ਸਾਹਿਬ ਇੰਨੇ ਵਜੇ ਪ੍ਰੋਗਰਾਮ, ਮੈਂ ਹਾਂ ਕਹਿਣਾ ਤੇ ਪਿੱਛੋਂ ਮੈਂ ਕਹਾਂ ਤੁਸੀਂ ਮੈਨੂੰ ਕਿਹਾ ਹੀ ਨਹੀਂ ਸੀ। ਆਪਣੇ ਦੋਹਾਂ 'ਚ ਚਾਹੇ ਗੱਲ ਹੋਵੇ ਤੇ ਮੈਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ। ਤੁਸੀਂ ਮੈਨੂੰ ਕੁਛ ਨਾ ਕਹੋ ਉਮਰ ਦਾ ਲਿਹਾਜ਼ ਕਰਦੇ ਹੋਏ, ਅੰਦਰ ਤੋਂ ਸੋਚੋਗੇ ਯਾਰ ਇਹ ਬੰਦਾ ਕਿ ਪਜਾਮਾ ਕਹਿ ਕੇ ਮੁੱਕਰ ਜਾਂਦਾ। ਹਾਂ ਮੈਂ ਕਹਾਂ ਸੁਖਿੰਦਰ ਜੀ ਮੈਨੂੰ ਯਾਦ ਨਹੀਂ ਰਿਹਾ, ਫਿਰ ਤੁਸੀਂ ਸਮਝੋਗੇ ਹਾਂ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ।
ਪਰ ਮੈਂ ਕਿਹਾ ਤੁਸੀਂ ਕਿਹਾ ਹੀ ਨਹੀਂ, ਹੂੰ ਆਪਣੀ ਗੱਲ ਹੀ ਨਹੀਂ ਹੋਈ। ਇਹ ਜਿਹੜੀਆਂ ਗੱਲਾਂ ਕਰਨੀਆਂ ਨੇ ਇਹ ਬੱਚਿਆਂ ਤੋਂ ਵੀ ਮਾੜੀਆਂ ਨੇ, ਬੱਚੇ ਵੀ ਇਦਾਂ ਦੀਆਂ ਗੱਲਾਂ ਨਹੀਂ ਕਈ ਵਾਰੀ ਕਰਦੇ। ਸੋ ਇਸ ਕਰਕੇ ਇਹਨਾਂ ਤੋਂ ਤੁਸੀਂ ਇਹ ਸਿਆਸਤਦਾਨਾਂ ਤੋਂ ਉਹੀ ਮਮਤਾ ਬੈਨਰਜੀ, ਉਹੀ ਸਿਮਰਜੀਤ ਸਿੰਘ ਮਾਨ, ਅਸੀਂ ਤਾਂ ਜੀ ਪੰਜਾਬ ਬਾਰੇ ਬੜਾ ਲੜਦੇ ਹਾਂ, ਇਹਨਾਂ ਨੇ ਵੋਟ ਕਿਹਨੂੰ ਪਾਈ ਆ ਪ੍ਰੈਜ਼ੀਡੈਂਟ 'ਚ, ਪਤਾ ਨਾ? ਨਹੀਂ ਪਤਾ, ਮੈਂ ਦੱਸਦਾ, ਮੁਰਮੂ ਜੀ ਨੂੰ ਪਾਈ ਹੈ, ਕਿਉਂਕਿ ਕਾਂਗਰਸ ਨੇ ਵੋਟ ਪਾ ਨਹੀਂ ਸਕਦੇ ਕਾਂਗਰਸ ਦੇ ਕੈਂਡੀਡੇਟ ਨੂੰ, ਵੋਟ ਇਹਨਾਂ ਨੇ ਪਾਈ ਹੈ, ਆਪ ਦੱਸਦੇ ਨੇ। ਇਹ ਤਾਂ ਪੰਜਾਬ ਵਾਸਤੇ ਕਹਿੰਦੇ ਨੇ ਨਾ, ਅਸੀਂ ਜਿੱਤੇ ਹਾਂ, ਪੰਜਾਬ ਦੀ ਗੱਲ ਕਰਨੀ ਹੈ। ਇਹ ਤਾਂ ਕਹਿੰਦੇ ਅਸੀਂ ਤਾਂ ਖਾਲਿਸਤਾਨ ਵਿਦਿਨ ਦੀ ਕੌਨਸਟੀਟਿਊਸ਼ਨ ਬਣਾਉਣਾ ਹੈ, ਇਹ ਤਾਂ ਗੱਲ ਕਹਿੰਦੀ ਨੇ ਨਾ, ਹੁਣ ਵਿਦਿਨ ਦੀ ਕੌਨਸਟੀਟਿਊਸ਼ਨ ਕਹਿਣ ਲੱਗ ਗਏ। ਫਿਰ ਵੋਟ ਤਾਂ ਪਾਈ ਹੈ ਜਿਹੜਾ ਏਕਾਧਿਕਾਰਵਾਦ ਵਾਲੀ ਪਾਰਟੀ ਹੈ, ਜਿਹਦੇ ਰੋਜ਼ ਜਿਹਦੇ ਬਾਰੇ ਪਾਰਟੀ ਉਸ ਨੂੰ ਕੁਝ ਨਹੀਂ ਕਹਿਣਾ, ਹਿੰਦੂਆਂ ਨੂੰ ਉਹ ਕਰਨਾ ਵੀ ਹਿੰਦੂ ਐਂ ਕਰਦੇ ਨੇ ਜੀ। ਆਪਾਂ ਸਮਝੋ ਵੀ ਇੱਥੋਂ ਕੀ ਪਤਾ ਲੱਗਦਾ ਵੀ ਜਿਹੜੀ ਹਿੰਦੂਵਾਦੀ ਪਾਰਟੀ ਹੈ ਉਹਦੇ ਨਾਲ ਤੁਹਾਡਾ ਸਮਝੌਤਾ ਹੈ। ਇੱਥੇ ਤੁਸੀਂ ਹਿੰਦੂ ਸਿੱਖਾਂ ਨੂੰ ਲੜਾਉਣਾ ਚਾਹੁੰਦੇ ਹੋ, ਜਦ ਕਿ ਹਿੰਦੂ ਸਿੱਖ ਇੱਕ ਨੇ ਇੱਥੇ, ਫਿਰ ਕਿਹਦਾ ਕੰਮ ਕਰ ਰਹੇ ਹੋ ਤੁਸੀਂ? ਇਹ ਵੀ ਇੱਕ ਅਧਿਕਾਰਵਾਦ ਹੈ ਕਿ ਆਪ ਹੀ ਪਾਰਟੀ ਦਾ ਪ੍ਰਧਾਨ ਨੇ, ਆਪ ਹੀ MP ਨੇ ਆਪਦਾ ਮੁੰਡਾ ਅੱਗੇ ਕਰਿਆ ਹੋਇਆ ਹੈ। ਜਿਹੜੀਆਂ ਨਵੀਆਂ ਪਾਰਟੀਆਂ ਦੇ ਵਿੱਚ ਦੱਸੋ ਕਿਹੜੀ ਪਾਰਟੀ ਹੈ ਜਿਨ੍ਹਾਂ ਨੇ ਆਪਦੇ ਜਵਾਕ ਨਹੀਂ ਅੱਗੇ ਕਰੇ ਹੋਏ? ਕਿਹੜੇ MLA ਨੇ, ਕਿਹੜੇ ਮਿਨਿਸਟਰ ਨੇ ਜਿਹੜੇ ਹੁਣ ਜਮਾਂ ਹੀ ਨਵੇਂ ਬਣੇ ਨੇ? ਆ BJP ਵਾਲੇ ਕਹਿੰਦੇ ਹੁੰਦੇ ਉਹ ਅਜੇ ਤਾਕਤ ਹੀ ਹੁਣ ਮਿਲੀ ਸੀ ਇਹਨਾਂ ਨੂੰ, ਤੇ ਹੁਣ ਤਾਂ ਇਹਨਾਂ ਦੇ ਆਈ ਜਾਂਦੇ ਨੇ ਅੱਗੇ ਅੱਗੇ। ਬਿਜ਼ਨਸ ਤਾਂ ਇਹਨਾਂ ਦੇ ਪਹਿਲਾਂ ਤੋਂ ਆਏ ਹੋਏ ਸੀ, ਹੁਣ ਇਹ ਸਿਆਸਤ 'ਚ ਵੀ ਆ ਰਹੇ ਨੇ। ਸੋ ਇਸ ਕਰਕੇ ਹੁਣ ਇੱਥੇ ਤੱਕ ਗੱਲ ਆ ਗਈ ਹੈ ਇੱਕ ਅਧਿਕਾਰਵਾਦ ਦੀ, ਜੋ ਤੁਸੀਂ ਗੱਲ ਕਹਿੰਦੇ ਹੋ ਇਹ ਠੀਕ ਹੈ। ਤੁਸੀਂ ਗਡਕਰੀ ਜੀ ਨੂੰ ਕਹਿਣਾ ਪਿਆ ਵੀ ਜੇ ਦੇਸ਼ ਦੇ ਵਿੱਚ ਡਿਸੈਂਟ ਬੰਦ ਹੋ ਗਈ, ਪਹਿਲਾਂ ਸੁਪਰੀਮ ਕੋਰਟ ਨੇ ਇਹੀ ਗੱਲ ਕਹੀ ਸੀ, ਹੁਣ ਗਡਕਰੀ ਜੀ ਦਾ ਬਿਆਨ ਹੈ ਕਿਆ ਜੋ ਕੁਝ ਹੋ ਰਿਹਾ ਇਹ ਦੇਸ਼ ਵਾਸਤੇ ਚੰਗਾ ਨਹੀਂ ਹੈ। ਆਪੋਜੀਸ਼ਨ ਨੂੰ ਆਪਦਾ ਸ਼ਾਂਤਮਈ ਅੰਦੋਲਨ ਕਰਨ ਦਾ ਹੱਕ ਹੈ, ਜੇ ਤੁਸੀਂ ਆਪੋਜੀਸ਼ਨ ਨੂੰ ਬੋਲਣਾ ਬੰਦ ਕਰੋਗੇ ਤਾਂ ਦੇਸ਼ ਨਹੀਂ ਚੱਲੇਗਾ। ਗਡਕਰੀ ਜੀ ਨੇ ਬਿਆਨ ਦਿੱਤਾ, ਦੇਖੋ ਹੋਰ ਕਿਸੇ ਨੇ ਨਹੀਂ, ਸਾਡੇ ਵੱਡੇ ਲੀਡਰ ਨੇ ਉਹ ਇਹਨਾਂ ਦੇ BJP ਦੇ। ਸੋ ਇਹ ਸਾਨੂੰ ਸਮਝਣਾ ਪਊ। ਤੁਸੀਂ ਇੱਕ ਵਾਰੀ ਲੋਕ ਸਭਾ ਦੇ ਵਿੱਚ ਸੁਮਿਤਰਾ ਮਹਾਜਨ ਜੀ, ਮਾਨਯੋਗ ਸੁਮਿਤਰਾ ਮਹਾਜਨ ਜੀ ਸਪੀਕਰ ਸੀਗੇ, ਉਹਨਾਂ ਨੇ 45 ਦੇ 45 ਕਾਂਗਰਸ ਦੇ MP ਸਸਪੈਂਡ ਕਰਤੇ ਸੀ, ਹੁਣ ਰੋਜ਼ ਹੀ ਸਸਪੈਂਡ ਕਰੇ ਜਾ ਰਹੇ ਨੇ। ਤੁਸੀਂ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ 'ਚ ਇਹ ਤਹੰਮਲ ਨਹੀਂ ਹੈ ਵੀ ਅਸੀਂ ਆਪਦੀ ਗੱਲ ਆਪਦੀ ਸੀਟ ਤੇ ਖੜੇ ਹੋ ਕੇ ਕਹੀਏ, ਰਿਕਾਰਡ ਹੋਈ ਜਾਵੇ, ਜੇ ਨਹੀਂ ਰਿਕਾਰਡ ਹੋ ਬਾਅਦ 'ਚ ਬਾਹਰ ਧਰਨੇ ਮਾਰੀਏ, ਅੰਦਰ ਪਾਰਲੀਮੈਂਟ ਨੂੰ ਚੱਲਣ ਦਈਏ, ਦੇਖੀ ਜੋ ਹੁੰਦਾ, ਕੋਈ ਗੱਲ ਨਹੀਂ, ਧੱਕਾ ਕਰਦੇ ਕੋਈ ਗੱਲ ਨਹੀਂ। ਸਮਝੋ ਤੁਸੀਂ, ਆਪਾਂ ਇੱਕ ਅਦਾਲਤ 'ਚ ਖੜੇ ਹਾਂ, ਉੱਥੇ ਆਪਣੀ ਗੱਲ ਸੁਣੀ ਨਹੀਂ ਜਾ ਰਹੀ ਮੰਨ ਲਓ, ਪਰ ਆਪਾਂ ਉੱਥੇ ਜਾ ਕੇ ਤੂੰ ਬੇਟਾ ਨਹੀਂ ਨਾ ਕਰ ਸਕਦੇ, ਨਾ ਕਰਨੀ ਚਾਹੀਦੀ ਹੈ। ਆਪਾਂ ਆਪਣੀ ਗੱਲ ਕਰੀਏ, ਨਹੀਂ ਸੁਣੀ ਜਾਂਦੀ ਅਸੀਂ ਬਾਹਰ ਕਹੀਏ ਵੀ ਭਾਈ ਸਾਡੀ ਤਾਂ ਸੁਣੀ ਨਹੀਂ ਗਈ, ਕਿਤੇ ਉੱਚੀ ਅਦਾਲਤ 'ਚ ਚਾਰਾਜੋਈ ਕਰੀਏ। ਸਦਨ ਇਹਨਾਂ ਦਾ ਆਪਣਾ ਹੈ, ਲੋਕਾਂ ਦੀ ਇੱਜ਼ਤ ਹੈ, ਉਹ ਦੇਸ਼ ਦੀ ਇੱਜ਼ਤ ਹੈ ਉਹ ਸਦਨ। ਉਹ ਸਦਨ 'ਚ ਜੇ ਧੱਕੇ ਹੁੰਦੇ ਉੱਥੇ ਜਿਹੜੇ ਕੁੱਟ ਮਾਰ ਪੁੱਠਾ ਸਿੱਧਾ, ਉਹ ਸਾਰਾ ਮੈਨੂੰ ਲੱਗਦਾ ਕੋਈ ਚੰਗਾ ਨਹੀਂ ਲੱਗਦਾ। ਉਹ ਦੇਸ਼ ਦੀ ਇੱਜ਼ਤ ਨੂੰ, ਉਹ ਇੱਕ ਅਧਿਕਾਰਵਾਦ ਦੀ ਨਿਸ਼ਾਨੀ ਹੈ। ਸੋ ਇਸ ਕਰਕੇ ਇੱਕ ਅਧਿਕਾਰਵਾਦ ਟੜੂਗਾ ਦਾ, ਫਿਰ ਤੁਹਾਡਾ ਸਵਾਲ ਕਰ ਲਿਓ, ਜਦ ਪਾਰਟੀਆਂ ਜਿਹੜੀਆਂ ਨੇ ਪਹਿਲਾਂ ਉਹਨਾਂ ਦੇ ਅੰਦਰ ਜਮਹੂਰੀਅਤ, ਸਾਡਾ ਸੰਵਿਧਾਨ ਪੱਕਾ ਕਰੇ, ਸਾਡਾ ਇਲੈਕਸ਼ਨ ਕਮਿਸ਼ਨ ਕਰੇ ਕਿ ਤੁਸੀਂ ਆਪਦੇ ਕੈਂਡੀਡੇਟ ਆਪਦੇ ਖੇਤਰ ਦੇ ਵੋਟਰਾਂ ਦੀ, ਆਪਦੇ ਪਹਿਲਾਂ ਮੈਂਬਰਾਂ ਦੀ ਲਿਸਟ ਦਿਓਗੇ, ਐ ਨਹੀਂ ਵੀ ਸਾਡੇ ਹੈਗੇ ਜੀ ਨਾ, ਮੈਂਬਰਾਂ ਦੀ ਤੁਸੀਂ ਲਿਸਟ ਦਿਓਗੇ, ਉਹਨਾਂ ਮੈਂਬਰਾਂ ਦੀ ਵੋਟਿੰਗ ਅਸੀਂ ਕਰਾਵਾਂਗੇ ਹਰੇਕ ਹਲਕੇ ਦੇ ਕੈਂਡੀਡੇਟ ਵਾਸਤੇ, ਹਰੇਕ ਪਾਰਟੀ ਦੀ। ਉਹ ਜਿਹੜਾ ਕੈਂਡੀਡੇਟ ਉੱਥੇ ਤੁਹਾਡੀਆਂ ਪਾਰਟੀਆਂ ਦਾ ਜਿੱਤੂਗਾ, ਹਰੇਕ ਪਾਰਟੀ ਦਾ, ਉਹ ਕੈਂਡੀਡੇਟ ਖੜੇ ਹੋਣਗੇ, ਉਹਨਾਂ ਚੋਂ ਜਿਹੜਾ ਗਾਹਾਂ ਲੋਕ ਉਹਨੂੰ ਪ੍ਰਵਾਨ ਕਰਨਗੇ ਬੰਦੇ ਪਿਤਾ ਹੈ। ਸੋ ਇੱਕ ਅਧਿਕਾਰਵਾਦ, ਐਂਟੀ ਡਿਫੈਕਸ਼ਨ ਰਾਹ 'ਚ ਇੱਕ ਅਧਿਕਾਰਵਾਦ ਹੈ। ਜੋ ਪਾਰਟੀ ਦੇ ਲੀਡਰ ਨੇ ਹੁਕਮ ਕਰਤਾ, ਇੱਕ ਤਾਂ ਉਹਦੀ ਵਿਪ ਜਾਰੀ ਕਰ ਸਕਦਾ ਉਹ, ਚਾਹੇ ਉਹ MP ਹੈ ਵੀ ਨਹੀਂ, MLA ਹੈ ਵੀ ਨਹੀਂ। ਦੂਜੇ ਡਿਫੈਕਸ਼ਨ ਦੇ ਉੱਤੇ, ਐਂਟੀ ਡਿਫੈਕਸ਼ਨ ਨੇ ਜ਼ਿਆਦਾ ਡਿਫੈਕਸ਼ਨ ਵੀ ਜ਼ਿਆਦਾ ਕਰਨੀ ਸ਼ੁਰੂ ਕਰਤੀ, ਹੁਣ ਨਾਮ ਰੋਲੀ ਇਕੱਠੀ ਹੋ ਜਾਣ ਲੱਗ ਗਈ। ਸੋ ਇਸ ਕਰਕੇ ਇੱਕ ਅਧਿਕਾਰਵਾਦ ਖਤਰਾ ਹੈ, ਵੱਡਾ ਖਤਰਾ ਸਾਡੀ ਡੈਮੋਕ੍ਰੇਸੀ ਨੂੰ। ਪਰ ਇੱਕ ਅਧਿਕਾਰਵਾਦ ਕੇਂਦਰ ਦੀਆਂ ਪਾਰਟੀਆਂ 'ਚ ਵੀ ਹੈ, ਸੂਬਿਆਂ ਦੀਆਂ ਪਾਰਟੀਆਂ 'ਚ ਵੀ ਹੈ, ਸੰਸਥਾਵਾਂ ਦੇ ਵਿੱਚ ਵੀ ਹੈ। ਸਿੱਖਿਆ ਸੰਸਥਾਵਾਂ ਜਿੱਥੇ ਸਭ ਤੋਂ ਜ਼ਿਆਦਾ ਡੈਮੋਕ੍ਰੇਸੀ ਹੁੰਦੀ ਹੈ, ਵੀ ਜੋ ਮਰਜ਼ੀ ਕਹੋ, ਆਜ਼ਾਦ ਵਿਚਾਰ ਤੁਹਾਡਾ ਕੱਢੇ ਦਾ ਹੋਵੇ, 100 ਬੰਦਾ ਦੂਜੇ ਪਾਸੇ ਬੈਠਾ ਹੋਵੇ ਤਾਂ ਵੀ ਤੁਹਾਡਾ ਵਿਚਾਰ ਹੈ, ਉੱਥੇ ਬੋਲਣਾ ਬੰਦ ਕਰ। ਡਾਕਟਰ ਸਾਹਿਬ ਹੁਣ ਇਹ ਸਵਾਲ ਆਉਂਦਾ ਕਿ ਜਦੋਂ ਹੁਣ ਸਾਰੀਆਂ ਪਾਰਟੀਆਂ ਦੀ ਗੱਲ ਹੋ ਗਈ, ਏਕਾਧਿਕਾਰ ਦੀ ਜਿਹੜੀ ਜਨਮਦਾਤਾ ਹੈ ਉਹ ਕਾਂਗਰਸ ਨੂੰ ਕਿਹਾ ਜਾਂਦਾ ਹੈ ਕਿ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ,
ਪ੍ਰਿਯੰਕਾ ਗਾਂਧੀ ਤੱਕ, ਇਹ ਸਾਰਾ ਕੁਝ ਏਕਾਧਿਕਾਰਵਾਦ ਹੀ ਹੈ। ਤੇ ਇਹਦੇ ਵਿੱਚੋਂ ਹੀ, ਏਕਾਧਿਕਾਰ ਦੇ ਵਿੱਚੋਂ ਹੀ ਕਹਿੰਦੇ ਤਾਨਾਸ਼ਾਹੀ ਪੈਦਾ ਹੁੰਦੀ ਹੈ, ਕਿਉਂਕਿ ਜਦੋਂ ਇੱਕ ਦਾ ਕੁੰਡਾ ਉੱਤੇ ਚੱਲਦਾ ਤਾਂ ਫਿਰ ਉਹ ਸਾਰਾ ਕੁਝ ਨੀਚੇ ਨੀਚੇ ਜਿਵੇਂ ਉਹ ਚਾਹੁੰਦਾ ਉਸੇ ਢੰਗ ਨਾਲ ਹੁੰਦਾ ਤੇ ਉਹਨੂੰ ਲਾਗੂ ਕਰਵਾਉਣ ਦੇ ਲਈ ਹਰ ਹੀਲਾ ਵਰਤਦਾ। ਦੇਖੋ, ਇਹ ਮੈਨੂੰ ਨਹੀਂ ਲੱਗਦਾ ਵੀ ਪੰਡਿਤ ਨਹਿਰੂ ਤੇ ਇਹ ਗੱਲ ਦੋਸ਼ ਲਾਇਆ ਜਾ ਸਕਦਾ ਹੈ, ਕਿਉਂਕਿ ਕਾਂਗਰਸ ਦੀ ਪ੍ਰਧਾਨ ਜਦ ਬਣੀ ਸੀ ਇੰਦਰਾ ਗਾਂਧੀ, ਉਹ ਤਾਂ ਆਪਦੀ ਉਸ ਤੇ ਤਾਕਤ ਤੇ ਬਣੀ ਸੀ, ਤੇ ਉਸ ਤੋਂ ਬਾਅਦ ਜਦ ਉਹ ਪ੍ਰਾਈਮ ਮਿਨਿਸਟਰ ਬਣੀ ਹੈ, ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਤਾਂ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਜੀ ਬਣੇ ਸੀ, ਤੇ ਨਹਿਰੂ ਨੇ ਤਾਂ ਆਪਦੇ ਹੁੰਦੇ ਕੋਈ ਉਹਨਾਂ ਨੂੰ, ਇੰਦਰਾ ਗਾਂਧੀ ਨੂੰ ਕੋਈ ਉਹ ਨਹੀਂ ਬਣਾਇਆ ਵੀ ਮੈਂ ਉਹਨੂੰ ਆਪਦਾ 2IC ਬਣਾ ਦਾਂਗਾ। ਪਹਿਲੀ ਗੱਲ ਆਪਾਂ ਇਹ ਮੰਨ ਕੇ ਚੱਲੀਏ, ਪਰ ਫਿਰ ਵੀ ਉਹਦੇ 'ਚ ਏਕਾਧਿਕਾਰਵਾਦ ਇਸ ਤਰੀਕੇ ਨਾਲ, ਕਿਉਂਕਿ ਇੰਦਰਾ ਗਾਂਧੀ ਨੇ ਤਾਂ ਆਜ਼ਾਦੀ ਦੀ ਲੜਾਈ 'ਚ ਵੀ ਹਿੱਸਾ ਲਿਆ ਸੀ, ਛੋਟੀ ਉਮਰ ਸੀ ਭਾਵੇਂ। ਸੋ ਜੇ ਐ ਕੋਈ ਬੰਦਾ ਕਿਤੇ ਕੰਮ ਕਰਦਾ ਹੈ, ਕਿਤੇ ਜਥੇਬੰਦੀ 'ਚ ਪਰਿਵਾਰ ਹੀ ਸਾਰਾ ਲੱਗਿਆ ਹੋਇਆ, ਉਹ ਏਕਾਧਿਕਾਰਵਾਦ ਨਹੀਂ ਹੁੰਦਾ ਜਿੰਨਾ ਚਿਰ ਉਹਨੂੰ ਧੱਕੇ ਨਾਲ ਨਾ ਅੱਗੇ ਕਰਿਆ ਜਾਵੇ। ਆਪਾਂ ਇਹ ਗੱਲਾਂ ਨੂੰ ਐਦਾਂ ਡਿਫਰੈਂਸ਼ੀਏਟ ਕਰੀਏ। ਸਿਰਫ ਪਰਿਵਾਰ ਦਾ ਮੈਂਬਰ ਹੋਣਾ ਆਪਣੇ ਆਪ 'ਚ ਨਹੀਂ, ਪਰਿਵਾਰ ਦਾ ਮੈਂਬਰ ਆਇਆ ਕਿਵੇਂ ਹੈ? ਜਿਵੇਂ ਇੱਥੇ ਕੈਪਟਨ ਕਮਲਜੀਤ ਸਿੰਘ ਦੇ ਮੁੰਡੇ ਨੇ, ਜਿਹਨੇ ਕਦੇ ਕੰਮ ਨਹੀਂ ਕਰੇ, ਕਹਿੰਦਾ ਇਹ ਤਾਂ ਮੇਰਾ ਰਾਈਟ ਹੈ। ਜਦ ਉਹਨਾਂ ਦੀ ਮੌਤ ਹੋ ਗਈ, ਇੱਦਾਂ ਹੀ ਸਰਦਾਰ ਬੇਅੰਤ ਸਿੰਘ ਦੀ ਮੌਤ ਹੋ ਗਈ, ਉਹਦੇ ਬੱਚੇ ਜਿਹੜੇ ਕਦੇ ਸਾਇੰਸ ਉਸ 'ਚ ਨਹੀਂ ਆਏ ਸੀ, ਪੋਲੀਟਿਕਸ ਦੇ ਵਿੱਚ, ਉਹ ਵਜ਼ੀਰ ਬਣ ਗਏ, ਪੋਤੇ ਗਾਹਾਂ ਆ ਗਏ। ਸਿਆਸਤ ਤਾਂ ਸਿਆਸਤ ਹੈ ਨਾ, ਇਹ ਏਕਾਧਿਕਾਰਵਾਦ ਦੀਆਂ ਨਿਸ਼ਾਨੀਆਂ ਨੇ। ਏਕਾਧਿਕਾਰਵਾਦ ਇੰਦਰਾ ਗਾਂਧੀ ਤੋਂ ਬਾਅਦ ਜਦ ਰਾਜੀਵ ਗਾਂਧੀ ਨੂੰ ਸਹੁੰ ਚੁਕਾਈ ਗਈ ਹੈ। ਏਕਾਧਿਕਾਰਵਾਦ ਇੰਦਰਾ ਗਾਂਧੀ ਨੇ ਇਸ ਤਰੀਕੇ ਨਾਲ ਸ਼ੁਰੂ ਕਰਤਾ ਸੀ, ਇੰਦਰਾ ਗਾਂਧੀ ਨੇ ਜ਼ਿਆਦਾ ਸ਼ੁਰੂ ਕਰਿਆ, ਉਹਨੇ ਆਪਦੀ ਪਾਰਟੀ ਤੋੜਤੀ। ਉਹਨੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਚੋਣ 'ਚ ਇੱਥੇ ਤਾਂ ਤਾਂ ਆਪਾਂ ਕਹਿੰਦੇ ਆ ਨਾ ਵੀ ਦੋ ਧਿਰਾਂ ਦਾ ਸੀ, ਉਦੋਂ ਕਾਂਗਰਸ ਦਾ ਮੁਕਾਬਲਾ ਸੀ, ਕਾਂਗਰਸ ਦਾ ਇੰਦਰਾ ਗਾਂਧੀ ਨਾਲ। ਕਾਂਗਰਸ ਦਾ ਕੈਂਡੀਡੇਟ ਨੀਲਮ ਸੰਜੀਵਾ ਰੈਡੀ ਸੀਗੇ, ਬਾਅਦ 'ਚੋਂ ਰਾਸ਼ਟਰਪਤੀ ਰਹੇ ਨੇ, ਤੇ ਜਿਹੜੇ ਇੰਦਰਾ ਗਾਂਧੀ ਨੇ ਆਪ ਖੜੇ ਕਰੇ ਉਹ ਸ਼੍ਰੀ ਵੀਵੀ ਗਿਰੀ ਜੀ ਖੜੇ ਕਰਤੇ, ਔਰ ਵੀਵੀ ਗਿਰੀ ਜੀ ਨੂੰ ਜਿਤਾਇਆ ਕਾਂਗਰਸ ਨੇ, ਕਾਂਗਰਸ ਦੇ ਖਿਲਾਫ ਇੰਦਰਾ ਗਾਂਧੀ ਨੇ ਜਿਤਾਇਆ। ਇਹ ਸੀ ਏਕਾਧਿਕਾਰਵਾਦ, ਇਹਨੂੰ ਕੋਈ ਡੈਮੋਕ੍ਰੇਸੀ ਵੀ ਕਹਿ ਸਕਦਾ। ਏਕਾਧਿਕਾਰਵਾਦ ਐਮਰਜੈਂਸੀ ਲਾਤੀ ਸੀ, ਪਰ ਉਸ ਏਕਾਧਿਕਾਰਵਾਦ ਨੂੰ ਚੁਣੌਤੀ ਦੇਣ ਵਾਲੇ ਬਹੁਤ ਸੀਗੇ। ਐਮਰਜੈਂਸੀ ਦੇ ਖਿਲਾਫ 19 ਮਹੀਨੇ ਮੋਰਚਾ ਚੱਲਿਆ। ਇੰਦਰਾ ਗਾਂਧੀ ਨੂੰ ਦੋ ਪੈਰਲਲ ਮੈਂ ਡਰਾ ਕਰਦਾ ਇਹਦੇ 'ਚ, ਏਕਾਧਿਕਾਰਵਾਦ ਨੂੰ ਚੈਲੰਜ ਦੇ ਔਰ ਸਫਲ ਹੋਣ ਦੇ, ਔਰ ਹੁਕਮਰਾਨ ਨੂੰ ਆਪੇ ਥੱਲੇ ਆਉਣਾ ਪਿਆ ਬਿਨਾਂ ਕਿਸੇ ਜ਼ੋਰ ਦੇ, ਸਵਾਏ ਐਜੀਟੇਸ਼ਨ ਤੋਂ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਲਗਾਤਾਰ ਇੱਥੋਂ ਪੰਜਾਬੀ ਜਿਹੜੇ ਅਕਾਲੀ ਦਲ ਨਾਲ ਬੀਜੇਪੀ ਸੀ, ਬੀਜੇਪੀ ਤਾਂ ਬਾਹਰ ਆਉਣ ਨੂੰ ਭੱਜਣ ਨੂੰ ਤਿਆਰ ਸੀ। RSS ਉਦੋਂ ਬੀਜੇਪੀ ਨਹੀਂ ਕਹਿੰਦੇ ਸੀ, ਉਦੋਂ ਭਾਰਤੀ ਜਨਸੰਘ ਸੀ ਇਹਦਾ ਨਾਮ, BJS ਦੀਵਾ ਇਹਨਾਂ ਦਾ ਚੋਣ ਨਿਸ਼ਾਨ ਹੁੰਦਾ ਸੀ, ਤੇ ਉਹ ਤਾਂ ਬਾਹਰ ਭੱਜਣ ਨੂੰ ਤਿਆਰ ਸੀ। ਜੇ 2 ਮਹੀਨੇ ਐਮਰਜੈਂਸੀ ਹੋਰ ਨਾ ਹਟਦੀ ਤਾਂ ਉਹ ਤਾਂ ਸਾਡੇ ਕੱਢ ਕੇ ਵਾਪਸ ਆ ਜਾਂਦੇ, ਜਿਵੇਂ ਵੀਰ ਸਵਰਕਰ ਨੇ ਕਰਿਆ। ਵਿਨੋਦ ਦਮੋਦਰ ਸਵਰਕਰ ਨੇ ਕਿੰਨੇ ਵਾਰੀ ਮਾਫੀ ਮੰਗੀ ਆ, ਤੇ ਉਹਦੇ ਵਿੱਚ ਤਾਂ ਇੰਦਰਾ ਗਾਂਧੀ ਨੇ ਆਪੇ ਐਮਰਜੈਂਸੀ ਹਟਾਈ ਤੇ ਬੁਰੀ ਤਰ੍ਹਾਂ ਹਾਰ ਗਈ, ਲੋਕਾਂ ਨੇ ਹਰਾਤਾ ਉਹਨੂੰ। ਇੱਥੇ ਪ੍ਰਾਈਮ ਮਿਨਿਸਟਰ, ਹੁਣ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਸਾਨਾਂ ਦੇ ਅੰਦੋਲਨ ਦੇ ਸਾਹਮਣੇ ਆਪੇ ਕਾਨੂੰਨ ਵਾਪਸ ਲਏ ਨੇ। ਇਹ ਦੋ ਨੇ ਉਹੀ, ਉਸੇ ਤਰ੍ਹਾਂ ਉਹ ਵੀ 19 ਮਹੀਨੇ ਚੱਲਿਆ ਸੀ ਸਟਰਗਲ, ਇਹ 13 ਮਹੀਨੇ ਚੱਲੇ। ਉਹਦੇ 'ਚ ਗਿਣਤੀ ਘੱਟ ਸੀ ਐਮਰਜੈਂਸੀ ਦੇ ਖਿਲਾਫ ਜਿਹੜੇ ਗਏ ਸੀ ਅੰਦਰ, ਇਹਦੇ 'ਚ ਗਿਣਤੀ ਜ਼ਿਆਦਾ ਸੀ। ਉਹ ਸਿਆਸੀ ਪਾਰਟੀਆਂ ਦਾ ਸੀ, ਇਹ ਲੋਕਾਂ ਦਾ ਸੀ, ਇਹ ਫਰਕ ਹੈ। ਸੋ ਇਸ ਕਰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਨੇ ਇੱਥੇ, ਉਹਦੇ 'ਚ ਇੰਨੀ ਤਕਲੀਫ ਨਹੀਂ ਸੀ। ਐਮਰਜੈਂਸੀ ਜੇਲ੍ਹ 'ਚ ਤਾਂ ਉਨੀ ਤਕਲੀਫ ਨਹੀਂ ਹੁੰਦੀ ਜਿੰਨੀ ਕਿਸਾਨਾਂ ਨੇ ਤਕਲੀਫ ਝੱਲੀ ਹੈ ਸੜਕਾਂ 'ਤੇ ਲੈ ਕੇ। ਸੋ ਇਸ ਕਰਕੇ ਆਪਾਂ ਇੱਕ ਗੱਲ ਨੂੰ ਮੰਨ ਕੇ ਚੱਲੀਏ ਵੀ ਏਕਾਧਿਕਾਰਵਾਦ ਉਹਨਾਂ ਨੇ ਸ਼ੁਰੂ ਕਰਿਆ, ਪਰ ਜਿਹੜੀ ਪਾਰਟੀ ਹੁਣ ਰਾਜ ਕਰਦੀ ਹੈ ਇਹਦਾ ਤਾਂ ਕੰਮ ਹੀ ਜਨਮੀ ਏਕਾਧਿਕਾਰਵਾਦ 'ਚੋਂ ਹੈ। ਇਹ ਕਿੱਥੋਂ ਆਈ ਹੈ? RSS ਦੇ ਵਿੱਚੋਂ ਸਿੱਧੇ ਸ਼ਰੇਆਮ। ਉਹ RSS 'ਚੋਂ BJP 'ਚ ਆਉਂਦੇ ਨੇ, BJP 'ਚੋਂ RSS ਜਾਂਦੇ ਨੇ। ਇਹ ਹੁਣ ਲਿਖਦੀ ਹੈ ਗੱਲਾਂ, ਇਹ ਹੁਣ ਪਬਲਿਕਲੀ ਅਖਬਾਰਾਂ ਦੇ ਵਿੱਚ ਨੇ ਖਬਰਾਂ ਵੀ ਫਲਾਣੇ ਨੂੰ ਮੁੜ ਕੇ RSS 'ਚ ਭੇਜਤਾ, ਫਲਾਣੇ ਨੂੰ ਮੁੜ ਕੇ BJP 'ਚ ਭੇਜਤਾ। ਇਹਨਾਂ ਦੀਆਂ ਜਥੇਬੰਦੀਆਂ ਜਿੰਨੇ ਲੀਡਰ ਨੇ ਕਹਿੰਦੇ ਨੇ ਵੀ ਸਾਡੀ 100 ਤੋਂ ਉੱਤੇ 150 200 ਜਥੇਬੰਦੀ ਆ, ਉਹਨਾਂ ਸਾਰੀਆਂ ਦੇ ਲੀਡਰ ਜਿਹੜੇ RSS ਦੇ ਨੇ। RSS 'ਚ ਇਹ ਹੈ ਵੀ ਉੱਤੋਂ ਜੋ ਕਹਿੰਦਾ ਥੱਲੇ ਤੱਕ ਉਹੀ ਚੱਲਣਾ, ਔਰ ਸਿਖਾਇਆ ਜਾਂਦਾ ਵੀ ਹੁਕਮ ਉੱਤੋਂ ਥੱਲੇ ਆਉਂਦਾ, ਉਹਨੂੰ ਕਿਵੇਂ ਲਾਗੂ ਕਰਨਾ, ਕੋਈ ਉਹਦੇ ਤੇ ਨਹੀਂ। ਆਪਾਂ ਦੇਖ ਲਿਆ ਕਿਸਾਨ ਅੰਦੋਲਨ ਵੇਲੇ, ਜੇ ਕਾਨੂੰਨ ਲਾਗੂ ਕਰੇ ਜਾ ਰਹੇ ਸੀ ਤਾਂ ਵੀ ਉਹ ਤਾਰੀਫ ਕਰੀ ਜਾ ਰਹੇ ਸੀ। ਜਿੱਦੇ ਬਿਨਾਂ ਪੁੱਛੇ ਮੋਦੀ ਸਾਹਿਬ ਨੇ ਇੱਕ ਦਿਨ ਕਹਿਤਾ ਸਵੇਰ ਨੂੰ ਉੱਠ ਕੇ ਵੀ ਇਹ ਕਾਨੂੰਨ ਵਾਪਸ, ਉਦੋਂ ਸਾਰੇ ਕਹਿਣ ਲੱਗੇ ਦੇਖਿਆ ਮੋਦੀ ਸਾਹਿਬ ਬੜੇ ਗ੍ਰੇਟ ਨੇ। ਉਦੋਂ ਵਾਪਸੀ ਦੇ ਉੱਤੇ ਕੈਬਨਿਟ ਨੂੰ ਵੀ ਸਲਾਹ ਨਹੀਂ ਕਰੀ ਸੀ, ਕੈਬਨਿਟ ਦੇ ਵਿੱਚ ਬਾਅਦ 'ਚ ਪਾਸ ਹੋਇਆ,
ਲੋਕ ਸਭਾ ਦੀ ਤਾਂ ਗੱਲ ਹੀ ਛੱਡੋ। ਸੋ ਇਸ ਕਰਕੇ ਆਪਾਂ ਏਕਾਧਿਕਾਰਵਾਦ ਦੇ ਉੱਤੇ ਇੱਕ ਪਾਰਟੀ ਨਹੀਂ, ਇਹ ਪਾਰਟੀਆਂ, ਅਕਾਲੀ ਦਲ, ਹੁਣ ਅਕਾਲੀ ਦਲ ਨੇ ਏਕਾਧਿਕਾਰਵਾਦ ਕਿਵੇਂ ਕਾਇਮ ਕਰਿਆ? ਪ੍ਰਕਾਸ਼ ਸਿੰਘ ਬਾਦਲ ਜੀ ਜਿੰਨਾ ਚਿਰ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ ਨਹੀਂ ਬਣ ਗਏ, ਇਹਨਾਂ ਨੇ ਅਕਾਲੀ ਦਲ ਦੀ ਪਹਿਲੀ ਸਰਕਾਰ ਚੱਲਣ ਨਹੀਂ ਦਿੱਤੀ। ਸਰਦਾਰ ਗੁਰਨਾਮ ਸਿੰਘ ਦੀ ਸਰਕਾਰ ਬਣੀ, ਤੋੜਤੀ, ਇਹ 1966 ਚ ਬਣੀ ਸੀ, 67, ਫਿਰ ਦੁਬਾਰਾ ਬਣੀ, ਫਿਰ ਤੋੜਤੀ, ਫਿਰ ਲక్ష్మణ ਸਿੰਘ ਗਿੱਲ ਦੀ ਸਰਕਾਰ ਬਣੀ, ਫਿਰ ਉਹ ਟੁੱਟੀ, ਫਿਰ ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਉਦੋਂ ਮੁੜ ਕੇ ਬਾਦਲ ਸਾਹਿਬ ਦੀ ਸਰਕਾਰ ਚੱਲਦੀ ਰਹੀ ਜਿੰਨਾ ਚਿਰ ਬਾਦਲ ਸਾਹਿਬ ਰਹੇ। ਬਰਨਾਲਾ ਸਾਹਿਬ ਦੀ ਸਰਕਾਰ ਬਣੀ, ਉੱਥੋਂ ਇਹ ਨਿਕਲ ਗਏ ਬਾਹਰ, ਵੀ ਨਹੀਂ ਕੋਈ ਮਤਭੇਦ ਕਰਕੇ। ਜਿਹੜਾ ਇਹਨਾਂ ਦੇ ਅੰਦਰ ਆਇਆ, ਟੌੜਾ ਸਾਹਿਬ ਨੂੰ ਐਡੇ ਵੱਡੇ ਲੀਡਰ ਸੀਗੇ, ਉਹ ਕੱਢ ਕੇ ਬਾਹਰ ਮਾਰਿਆ, ਜ਼ੀਰੋ ਕਰਤੇ ਸੀਗਾ। ਅੱਜ ਜਿਹੜਾ ਪ੍ਰੇਮ ਚੰਦੂ ਮਾਜਰਾ ਹੁਣ ਕਹਿੰਦੇ ਨੇ, ਇਹ ਤਾਂ ਟੌੜਾ ਸਾਹਿਬ ਨਾਲ ਸੀ, ਮਹੇਸ਼ਿੰਦਰ ਸਿੰਘ ਗਰੇਵਾਲ, ਪ੍ਰੇਮ ਚੰਦੂ ਮਾਜਰਾ, ਸਾਰੇ ਉਹਨਾਂ ਦੇ ਨਾਲ ਸੀਗੇ। ਸੋ ਆਪਾਂ ਇੱਕ ਗੱਲ ਮੰਨ ਕੇ ਚੱਲੀਏ, ਔਰ ਮੈਂ ਇਹ ਵੀ ਕਹਿਣ ਨੂੰ ਤਿਆਰ ਹਾਂ, 100 ਨੁਕਸ ਹੁੰਦੇ ਨੇ ਲੀਡਰਾਂ 'ਚ, ਜਿਹੜੇ ਟੌੜਾ ਸਾਹਿਬ ਨਾਲ ਬੰਦੇ ਗਏ ਸੀ ਉਹਨਾਂ 'ਚ ਥੋੜ੍ਹਾ ਜਿਹਾ ਕਣ ਹੈਗਾ ਸੀ, ਪਰ ਉਹ ਟੌੜਾ ਸਾਹਿਬ ਦਾ ਲਾ ਲਓ, ਇਹਨਾਂ ਦੀ ਕਿਸਮਤ ਲਾ ਲਓ ਕਿ ਜਦ ਅਮਰਿੰਦਰ ਸਿੰਘ ਨੇ ਕੈਪਟਨ ਨੂੰ ਅਰੈਸਟ ਕਰ ਲਿਆ ਤੇ ਟੌੜਾ ਸਾਹਿਬ ਨੇ ਆਖਿਆ ਵੀ ਇਹ ਗੱਲ ਨਹੀਂ ਪੁੱਗ ਸਕਦੀ, ਉਹ ਜੇਲ੍ਹ ਤੇ ਜਾ ਕੇ ਉਹਨਾਂ ਨੇ ਰੈਡੀ ਕਰੀ। ਉਦੋਂ ਮੁੜ ਕੇ ਬਾਦਲ ਸਾਹਿਬ ਤਾਂ ਬਾਹਰ ਆ ਗਏ, ਬਾਦਲ ਸਾਹਿਬ ਨੂੰ ਤਾਕਤ ਵੀ ਮਿਲ ਗਈ, ਪਰ ਬਾਦਲ ਸਾਹਿਬ ਨੇ ਟੌੜਾ ਸਾਹਿਬ ਨੂੰ ਜ਼ੀਰੋ ਕਰਤਾ, ਇਹ ਤਾਂ ਕੋਈ ਦੋ ਰਾਏ ਨਹੀਂ ਹੈ। ਸੋ ਏਕਾਧਿਕਾਰਵਾਦ, ਤੁਸੀਂ ਅਕਾਲੀ ਜਿਹੜੇ ਸਭ ਤੋਂ ਜ਼ਿਆਦਾ ਡੈਮੋਕ੍ਰੇਟਿਕ ਹੋਣੇ ਚਾਹੀਦੇ ਨੇ, ਸਭ ਤੋਂ ਜ਼ਿਆਦਾ ਤਕੜੀ ਪਾਰਟੀ, ਜਿਹਨੇ ਸਭ ਤੋਂ ਜ਼ਿਆਦਾ ਮੋਰਚੇ ਲਾਏ, ਜਿਹਨੇ ਸਭ ਤੋਂ ਜ਼ਿਆਦਾ ਪੰਜਾਬ ਵਾਸਤੇ ਕੰਮ ਕੀਤਾ, ਉਹਦੇ 'ਚ ਏਕਾਧਿਕਾਰਵਾਦ ਕਿੰਨਾ ਸੀ? ਚੰਦਰਬਾਬੂ ਨਾਇਡੂ ਦੀ ਪਾਰਟੀ, ਉਹ ਵੀ ਪਿਤਾ ਪੁਰਖੀ ਪਾਰਟੀ ਹੈ। ਮਮਤਾ ਬੈਨਰਜੀ ਚਾਹੇ ਪਿਤਾ ਪੁਰਖੀ ਨਹੀਂ ਹੈ, ਹੁਣ ਪਿਤਾ ਪੁਰਖੀ ਬਣਦੀ ਜਾ ਰਹੀ ਹੈ। ਜਿਹੜੀਆਂ ਤਾਮਿਲਨਾਡੂ 'ਚ ਦੋਨੇ ਪਾਰਟੀਆਂ ਨੇ, ADMK DMK, ਉਹ ਵੀ ਪਿਤਾ ਪੁਰਖੀ ਨੇ। ਜਿਹੜੀ ਇਹ ਬਿਜੂ ਜਨਤਾ ਦਲ ਹੈ, BJD ਉੜੀਸਾ ਦੀ, ਉਹ ਵੀ ਏਕਾਧਿਕਾਰਵਾਦ ਹੈ। ਜੇ ਨਹੀਂ ਹੈ ਤਾਂ ਦੱਸੋ। ਸੋ ਜੇ ਅਸੀਂ ਇੱਦਾਂ ਦੇਖੀਏ, ਇੱਕ ਬਾਬੂ ਕਾਂਸ਼ੀ ਰਾਮ ਜੀ ਨੇ BSP ਨੂੰ ਏਕਾਧਿਕਾਰਵਾਦ ਨਹੀਂ ਬਣਾਇਆ ਸੀ ਸ਼ੁਰੂ ਤੇ, ਉਹਨਾਂ ਦੀ ਮੌਤ ਤੋਂ ਬਾਅਦ ਉਹ ਏਕਾਧਿਕਾਰਵਾਦ ਵੱਲ ਨੂੰ ਬਣਨ ਦੀ ਲੱਗੀ ਹੈ। ਬਾਬੂ ਕਾਂਸ਼ੀ ਰਾਮ ਜੀ ਬੜੇ ਡੈਮੋਕ੍ਰੈਟਿਕ, ਬੜੇ ਵਧੀਆ ਤਰੀਕੇ ਨਾਲ ਜਿਹੜਾ ਦਬੇ ਕੁਚਲੇ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਉਠਾ ਰਹੇ ਸੀਗੇ, ਔਰ ਮੈਂ ਉਹਨਾਂ ਦੇ ਕਾਫੀ ਭਾਸ਼ਣ ਹੋਰ ਸੁਣੇ ਨੇ, ਜਿੰਨਾ ਵੀ ਉਹਨਾਂ ਕਰੇ। ਇਸੇ ਤਰ੍ਹਾਂ ਹੀ ਅਕਾਲੀ ਦਲ ਪਹਿਲਾਂ ਬਹੁਤ ਡੈਮੋਕ੍ਰੈਟਿਕ ਸੀਗਾ, ਇੱਕ ਸਟੇਜ ਦੇ ਉੱਤੇ ਉਹ ਡੈਮੋਕ੍ਰੇਸੀ ਦਾ ਤੇ ਸੀਟ ਆਫ ਪਾਵਰ ਦਾ ਤਾਂ ਇਹ ਹੈ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਸਜ਼ਾ ਵੀ ਦਿੱਤੀ ਗਈ ਤੇ ਰਾਜੇ ਨੂੰ ਸਜ਼ਾ ਦੇ ਸਕਦਾ ਸੀ ਅਕਾਲ ਤਖਤ, ਅੱਜ ਤਾਂ ਅਕਾਲ ਤਖਤ ਨਹੀਂ ਦੇ ਰਿਹਾ ਨਾ। ਅਰੂਣ ਸਿੰਘ ਦੀ ਗੱਲ ਛੱਡੋ, ਵੀ ਉਹਨੇ ਸਰੋਪਾ ਦਿੱਤਾ ਜਨਰਲ ਡਾਇਰ ਨੂੰ, ਉਹ ਵੱਖਰੀ ਗੱਲ ਹੈ। ਉਹਨੂੰ ਬਿਨਾਂ ਸਿੱਖ ਹੋਣ ਦੀ ਕਹਿਤਾ ਵੀ ਤੂੰ ਸਿੱਖ ਹੈ, ਚੱਲ ਬਿਨਾਂ ਅੰਮ੍ਰਿਤ ਛਕੇ, ਬਿਨਾਂ ਕੇਸ ਰੱਖੀ ਕਰ ਲੈ। ਪਰ ਅਕਾਲ ਤਖਤ ਦੇ ਹੁਣ ਜਥੇਦਾਰ ਸਾਹਿਬ ਨੇ ਨਾ, ਹੁਣ ਵੀ ਆਪਾਂ ਦੇਖਦੇ ਜੋ ਰੋਜ਼ ਬਿਆਨ ਆ ਰਹੇ ਨੇ, ਜੇ ਅਕਾਲੀ ਦਲ ਹਾਰਦਾ ਹੈ ਤਾਂ ਜਥੇਦਾਰ ਸਾਹਿਬ ਕਹਿੰਦੇ ਵੀ ਤੁਸੀਂ ਗਲਤੀ ਕਰ ਲਈ। ਜਥੇਦਾਰ ਸਾਹਿਬ ਨੂੰ ਤੇ ਕਹਿਣਾ ਨਹੀਂ ਬਣਦਾ ਸੀ ਨਾ, ਸਾਰੇ ਸਿੱਖ ਤਾਂ ਅਕਾਲੀ ਦਲ ਦੇ ਨਾਲ ਨਹੀਂ ਨਾ, ਜਥੇਦਾਰ ਸਾਹਿਬ ਤਾਂ ਸਿੱਖਾਂ ਦੇ ਲੀਡਰ ਨੇ ਨਾ, ਸਿੱਖਾਂ ਦੀ ਟੈਂਪੋਰਲ ਅਥਾਰਟੀ ਦੇ ਉੱਤੇ ਬੈਠੇ ਨੇ ਨਾ, ਉਹ ਅਕਾਲੀ ਦਲ ਦੇ ਨਹੀਂ ਹੈਗੇ। ਉਹ ਕੰਮ ਹਰ ਰੋਜ਼ ਇਹੋ ਜਿਹਾ ਕਰਦੇ ਨੇ ਜਿਹੜਾ ਅਕਾਲੀ ਦਲ ਦਾ ਹੋਵੇ। ਇਹਨੇ SGPC ਦੇ ਪ੍ਰਧਾਨ, ਉਹ ਤਾਂ ਅਕਾਲੀ ਦਲ ਦੇ ਨਹੀਂ ਨਾ, ਉਹ ਤਾਂ ਸਿੱਖਾਂ ਦੇ ਨੇ, ਸਿੱਖਾਂ ਦੀਆਂ ਸੰਸਥਾਵਾਂ ਦੇ ਨੇ, ਉਹ ਵੀ ਅਕਾਲੀ ਦਲ ਦੀ ਤਰ੍ਹਾਂ ਕਰਦੇ ਨੇ। ਸੋ ਤੁਸੀਂ ਜਿਹੜੇ ਮਰਜੀ ਫਰੂਕ ਅਬਦੁੱਲਾ ਲੈ ਲਓ, ਉਹਦਾ ਮੁੰਡਾ ਅੱਗੇ, ਪਹਿਲਾਂ ਫਰੂਕ ਅਬਦੁੱਲਾ ਦੇ ਪਿਤਾ ਜੀ ਸ਼ੇਖ ਅਬਦੁੱਲਾ, ਫਿਰ ਫਰੂਕ ਅਬਦੁੱਲਾ ਜੀ, ਫਿਰ ਉਮਰ ਅਬਦੁੱਲਾ ਜੀ, ਮੁਫਤੀ ਮੁਹੰਮਦ ਸਈਦ, ਫਿਰ ਉਹਨਾਂ ਦੀ ਬੇਟੀ। ਤੁਸੀਂ ਕਿਤੇ ਜਾ ਰਹੋ, ਜਿੱਥੇ ਤੁਸੀਂ ਜਾਣਾ ਚਾਹੋਗੇ ਉੱਥੇ ਹੀ ਤੁਹਾਨੂੰ ਮਿਲ ਜਾਣਗੇ। ਸੋ ਇਹ ਆਪਾਂ ਇੱਦਾਂ ਸਾਰਾ ਜਿਹੜਾ ਕਹਿੰਦੇ ਆ ਏਕਾਧਿਕਾਰਵਾਦ ਇੱਕ ਨੇ ਨਹੀਂ ਸ਼ੁਰੂ ਕਰਿਆ, ਬਲਕਿ ਏਕਾਧਿਕਾਰਵਾਦ ਵੀ ਤੇ ਪਰਿਵਾਰਵਾਦ ਵੀ, ਉਸ ਤੋਂ ਅੱਗੇ ਵਪਾਰਵਾਦ, ਇਹ ਸਾਰਾ ਕੁਛ ਵਪਾਰੀ, ਪਰਿਵਾਰੀ ਤੇ ਦਰਬਾਰੀ ਬਣਾ ਦਿੱਤਾ ਪੋਲਿਟਿਕਸ ਨੂੰ। ਹੁਣ ਇਸ ਪੋਲਿਟਿਕਸ ਚੋਂ ਬਾਹਰ ਨਿਕਲਣ ਦਾ ਇੱਕੋ ਤਰੀਕਾ ਹੈ ਵੀ ਦੇਸ਼ ਦੇ ਵਿੱਚ ਕੋਈ ਸੰਘਰਸ਼, ਕੋਈ ਸ਼ਾਂਤਮਈ ਐਜੀਟੇਸ਼ਨ ਇਸ ਗੱਲ ਦੀ ਹੋਵੇ ਕਿ ਸੰਸਥਾਵਾਂ ਅਸੀਂ ਮਰਨ ਨਹੀਂ ਦੇਣੀਆਂ, ਸੰਸਥਾਵਾਂ ਦੇ ਸਹਾਰੇ ਦੇਸ਼ ਜਿੰਦੇ ਨੇ। ਹਾਂਜੀ, ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ, ਜਿਹੜੇ ਕਹਿੰਦੇ ਨੇ ਕਿ ਕੇਂਦਰੀ ਸੱਤਾ ਦਾ ਕੇਂਦਰੀਕਰਨ ਹੋਣਾ ਚਾਹੀਦਾ ਜਾਂ ਏਕਾਧਿਕਾਰਵਾਦ, ਉਹ ਆਪਣੇ ਤੌਰ ਦੇ ਉੱਤੇ ਇਹਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹਨੂੰ ਜਿਵੇਂ ਹੁਣ ਕੋਈ ਪਾਰਟੀ ਦੇ ਜਿਵੇਂ ਸੁਖਬੀਰ ਬਾਦਲ ਨੇ ਜਾਂ ਮਮਤਾ ਬੈਨਰਜੀ ਨੇ ਜਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਾਂ ਅਰਵਿੰਦ ਕੇਜਰੀਵਾਲ ਨੇ, ਉਹ ਕਹਿੰਦੇ ਕਿ ਇੱਕ ਤਾਕਤਵਰ ਚਿਹਰਾ ਜਿਹੜਾ ਆ ਉਹ ਪਾਰਟੀ ਨੂੰ ਚਲਾ ਸਕਦਾ। ਮਤਲਬ ਕਿ ਜੇ ਮੰਨ ਲਓ ਕਿ ਆਪਾਂ ਸੁਖਬੀਰ ਬਾਦਲ ਨੂੰ ਅਕਾਲੀ ਦਲ ਚੋਂ ਸਾਈਡ ਤੇ ਕਰਕੇ ਦੇਖੀਏ ਤਾਂ ਅਕਾਲੀ ਦਲ ਕਹਿੰਦੇ ਕੁਝ ਵੀ ਨਜ਼ਰ ਨਹੀਂ ਆਉਂਦਾ, ਆਮ ਆਦਮੀ ਪਾਰਟੀ ਚੋਂ ਕੇਜਰੀਵਾਲ ਸਾਹਿਬ ਨੂੰ ਪਾਸੇ ਕਰਕੇ ਦੇਖ ਲਓ ਤਾਂ ਕੁਝ ਵੀ ਨਜ਼ਰ ਨਹੀਂ ਆਉਂਦਾ। ਇਹ ਚਿਹਰੇ ਦੀ ਤਾਕਤ ਜਾਂ ਚਿਹਰੇ ਦਾ ਤਾਕਤਵਰ ਹੋਣਾ ਜਾਂ ਉਹ ਬਾਹੂਬਲੀ ਟਾਈਪ ਹੋਣਾ ਕਿ ਉਹਨੇ ਸਾਰਾ ਕੁਝ ਆਪਣੇ ਅੰਡਰ ਰੱਖਣਾ ਆ, ਇਹ ਕਿੱਥੋਂ ਤੱਕ ਸਹੀ ਆ? ਦੇਖੋ ਗੱਲ ਇਹ ਹੈ, ਚਿਹਰਾ ਨਿਕਲਿਆ ਕਿੱਥੋਂ ਆ?
ਚਿਹਰਾ ਤਾਂ ਨਿਕਲਿਆ ਇਹ ਅਧਿਕਾਰਵਾਦ ਚੋਂ ਹੈ। ਹੁਣ ਕਹਿੰਦੇ ਚਿਹਰੇ ਤੋਂ ਬਿਨਾਂ ਸਰਨਾ ਨਹੀਂ। ਜਦ ਥੱਲੇ ਐਜੀਟੇਸ਼ਨ ਨਹੀਂ ਕਰਨੀ, ਥੱਲੇ ਲੋਕਾਂ ਨੂੰ ਇਕੱਠੇ ਨਹੀਂ ਕਰਨਾ, ਥੱਲੇ ਜਥੇਬੰਦੀ ਨਹੀਂ ਬਣਾਉਣੀ, ਫਿਰ ਤਾਂ ਜਿਹਦੇ ਕੋਲ ਪੈਸੇ ਜ਼ਿਆਦੇ ਨੇ, ਡੰਡਾ ਜ਼ਿਆਦਾ ਹੈ, ਉਹੀ ਤਾਕਤਵਰ ਹੋਏਗਾ। ਥੱਲੇ ਜਥੇਬੰਦੀ ਹੋਏਗੀ ਫਿਰ ਤਾਕਤ ਦੀ, ਫਿਰ ਚਿਹਰੇ ਦੀ ਕੀ ਲੋੜ ਹੈ? ਫਿਰ ਤਾਂ ਸਾਰੇ ਚਿਹਰੇ ਨੇ। ਇਹੀ ਫਰਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ? इन्हीं की कृपा से सजे हैं हम, नहीं तो मोह सो गरीब करोड़ परे हैं। ਉਹ ਆਪ ਚਿਹਰਾ ਨਹੀਂ ਬਣ ਰਹੇ ਸੀ, ਬਲਕਿ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਅੱਛੇ ਆਰਗੇਨਾਈਜ਼ਰ ਹੋ। ਖਾਲਸੇ ਨੇ ਬੇਨਤੀ ਕਰੀ ਚਮਕੌਰ ਦੀ ਗੜੀ ਚੋਂ ਨਿਕਲਣ ਵਾਸਤੇ, ਜਦੋਂ ਨਾ ਕਰੀ ਉਹਨਾਂ ਨੇ ਵੀ ਨਹੀਂ ਇੱਥੇ ਸ਼ਹੀਦ ਹੋ, ਆਪਦੇ ਬੇਟੇ ਤਾਂ ਸ਼ਹੀਦ ਕਰਾਤੇ। ਇਹਨਾਂ ਚੋਂ ਦੱਸੋ ਇੱਕ ਵੀ। ਬਾਦਲ ਸਾਹਿਬ ਦਾ ਪੁੱਤ ਵੀ, ਬਾਦਲ ਸਾਹਿਬ ਦਾ ਭਤੀਜਾ ਵੀ ਬਾਹਰ ਸਟੱਡੀ ਕਰਦੇ ਸੀ ਜਦ ਇੱਥੇ ਜੀਵੜੇ ਬਣਾ ਰਹੇ ਸੀ ਬਾਦਲ ਸਾਹਿਬ। ਇਹ ਦੱਸ ਦੇਣ। ਇੰਦਰਾ ਗਾਂਧੀ ਦੇ ਕਾਫੀ ਨਹਿਰੂ ਪਰਿਵਾਰ ਦੇ ਸ਼ਹੀਦ ਹੋਏ ਨੇ, ਪਰ ਉਹ ਸ਼ਹੀਦ ਹੋਏ ਨੇ ਪੋਲੀਟਿਕਸ 'ਚ। ਉਹ ਕੋਈ ਐਜੀਟੇਸ਼ਨ 'ਚ, ਕੋਈ ਇਸ ਤਰ੍ਹਾਂ ਨਹੀਂ, ਕਿਸੇ ਜੰਗ 'ਚ ਨਹੀਂ ਸ਼ਹੀਦ ਹੋਏ ਉਸ ਤਰੀਕੇ ਦੀ 'ਚ। ਇਹ ਮੰਨ ਕੇ ਚੱਲਣਾ ਪਊਗਾ। ਇਸੇ ਤਰ੍ਹਾਂ ਹੀ ਜੇ ਅਸੀਂ ਬਾਕੀ ਪਾਰਟੀਆਂ ਨੂੰ ਦੇਖੀਏ, ਉਹਨਾਂ ਪਾਰਟੀਆਂ 'ਚ ਵੀ ਇਹੀ ਹੈ। ਜਿਹੜੇ ਬੰਦਿਆਂ ਨੇ ਜਦ ਇੱਥੇ ਕੁਰਬਾਨੀਆਂ ਕਰੀਆਂ ਨੇ, ਉਦੋਂ ਵੀ ਤਾਂ ਅਕਾਲੀ ਦਲ ਪਹਿਲਾਂ ਕੀ ਚੱਲਦਾ ਨਹੀਂ ਸੀ। ਪਹਿਲਾਂ ਕਿਹੜਾ ਚਿਹਰਾ ਸੀ? ਸੰਤ ਚੰਨਨ ਸਿੰਘ ਚਿਹਰਾ ਸੀ, ਸੰਤ ਫਤਿਹ ਸਿੰਘ ਚਿਹਰਾ ਸੀ। ਅਕਾਲੀ ਦਲ ਤੇ ਐਸਜੀਪੀਸੀ ਦਾ ਪ੍ਰਧਾਨ ਸੀਗਾ ਸੰਤ ਚੰਨਨ ਸਿੰਘ, ਤੇ ਅਕਾਲੀ ਦਲ ਦੇ ਪ੍ਰਧਾਨ ਸੀਗੇ ਸੰਤ ਫਤਿਹ ਸਿੰਘ। ਕਿਹੜੇ ਚਿਹਰੇ ਦੀ ਗੱਲ ਕਰਦੇ? ਮਾਸਟਰ ਤਾਰਾ ਸਿੰਘ ਕਿੱਡੇ ਵੱਡੇ ਚਿਹਰੇ ਸੀ, ਪਰ ਨਹੀਂ ਰਹੇ ਉਹ ਚਿਹਰੇ। ਚਿਹਰਿਆਂ ਦਾ ਸਵਾਲ ਨਹੀਂ ਹੈ, ਚਿਹਰੇ ਤਾਂ ਹੁਣ ਲਿਆਂਦੇ ਨੇ ਜਾਣ ਕੇ। ਇਹ ਪਰਿਵਾਰ ਚਿਹਰਾ ਬੀਜੇਪੀ ਨੇ 2019 ਦੀ ਚੋਣ ਵੇਲੇ ਕਹਿਣਾ ਸ਼ੁਰੂ ਕਰਤਾ। ਅੱਜ ਕਿਉਂਕਿ ਮੋਦੀ ਦੇ ਉਦੋਂ ਕਾਫੀ ਥੱਲੇ ਸੀਗਾ ਗ੍ਰਾਫ, ਇਹ ਤਾਂ ਪੁਲਵਾਮਾ ਨੇ ਸਾਰਾ ਕਰਤਾ ਇੱਧਰ ਉੱਧਰ ਦਾ। ਕਹਿੰਦੇ ਮੈਂ ਆਪ ਟੀਵੀ ਬੈਸਟ ਕਿਹਾ ਬੰਦਿਆਂ ਨੇ, ਕਿਉਂਕਿ ਇਹਨਾਂ ਨੇ ਫਾਰਮੂਲਾ ਬਣਾ ਲਿਆ ਵੀ ਜੇ ਚੰਗਾ ਮੰਨ ਲਿਆ ਜੇ ਮੋਦੀ ਨਹੀਂ, ਜੇ ਮੋਦੀ ਨਹੀਂ ਤਾਂ ਹੋਰ ਕੌਣ। ਇਹ ਚਿਹਰੇ ਦੀ ਰਾਜਨੀਤੀ ਆਈ ਇੱਕ ਅਧਿਕਾਰਵਾਦ ਚੋਂ ਆਇਆ। ਇਹ ਇੱਕ ਅਧਿਕਾਰਵਾਦ ਚਿਹਰੇ ਦੀ ਰਾਜਨੀਤੀ ਚੋਂ ਨਹੀਂ ਆਇਆ। ਇਸ ਕਰਕੇ ਹੁਣ ਚਿਹਰੇ ਦੀ ਗੱਲ ਕਰਦੇ ਨੇ। ਅੱਜ ਤੁਸੀਂ ਲੋਕਾਂ ਨੂੰ, ਕਿਸਾਨਾਂ 'ਚ ਕਿਹੜਾ ਚਿਹਰਾ ਸੀ? ਤੁਸੀਂ ਮੈਨੂੰ ਦੱਸ ਦਿਓ। ਕਿਸਾਨਾਂ ਦੀਆਂ 32 ਜਥੇਬੰਦੀਆਂ ਇਕੱਠੀਆਂ ਫੈਸਲੇ ਕਰਦੀਆਂ ਸੀ, ਹੁੰਦੇ ਸੀ ਕਿ ਨਹੀਂ? ਹੁਣ ਜੇ ਬਲਵੀਰ ਸਿੰਘ ਰਾਜੇਵਾਲ ਬੋਲਦੇ ਸੀ, ਪ੍ਰੈਸ ਉਹਨੂੰ ਚਿਹਰਾ ਜਾਣ ਕੇ ਬਣਾਈ ਜਾਂਦੀ ਵੀ ਉਹ ਕੱਲਾ ਹੀ ਚਿਹਰਾ ਹੈ। ਉਗਰਾਹਾਂ ਦੀ ਜਥੇਬੰਦੀ ਸਭ ਤੋਂ ਤਕੜੀ ਸੀ। ਉਗਰਾਹਾਂ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸਭ ਤੋਂ ਜ਼ਿਆਦਾ ਕੈਡਰ ਇਹ ਦੋ ਜਥੇਬੰਦੀਆਂ ਦਾ ਸੀ ਉੱਥੇ। ਅੱਜ ਆ ਗਈ ਤੇ ਇਹ ਬਾਕੀਆਂ ਦਾ ਤਾਂ ਥੋੜਾ ਥੋੜਾ ਸੀਗਾ। ਤੇ ਚਿਹਰਾ ਦਰਸ਼ਨਪਾਲ ਐਡਾ ਇੰਟੈਲੀਜੈਂਟ ਡਾਕਟਰ ਹੈ, ਉਹ ਕਿੱਡਾ ਚਿਹਰਾ ਬਣਿਆ ਹੋਇਆ ਸੀ। ਤਾਂ ਉਹਦੀ ਬਹੁਤ ਚੱਲਦੀ ਸੀ ਅੰਦਰ, ਸਿਆਣਾ ਵੀ ਹੈ, ਸਮਝ ਵੀ ਆ ਉਹਨੂੰ। ਸੋ ਇਸ ਕਰਕੇ ਚਿਹਰਿਆਂ ਦੀ ਰਾਜਨੀਤੀ ਚਲਾਈ ਉਦੋਂ ਜਾਂਦੀ ਹੈ ਜਦ ਇੱਕ ਅਧਿਕਾਰਵਾਦ ਆ ਜਾਂਦਾ, ਪਰਿਵਾਰ ਆ ਜਾਂਦਾ, ਫਿਰ ਚਿਹਰੇ ਦੀ ਗੱਲ ਵੀ। ਇਹ ਤੋਂ ਬਿਨਾਂ ਚੱਲਣਾ ਨਹੀਂ ਜੀ, ਹੁਣ ਨਹੀਂ ਇਹ ਤੋਂ ਬਿਨਾਂ ਸਰਦਾ। ਚਿਹਰੇ ਤਾਂ ਇੱਥੇ ਤੱਕ ਖਰਾਬ ਹੋ ਜਾਂਦੇ ਨੇ ਜਦ ਅਸੀਂ ਕਹਿੰਦੇ ਆ ਇੱਥੇ ਤਾਂ ਐਡੀ ਵੱਡੀ ਮੁਹਾਰਤ ਬਾਅਦ ਦੀ ਗੱਲ ਹੈ। ਜਿਹੜੇ ਵੱਡੇ ਟ੍ਰੇਨਡ ਵੱਡੇ ਵੱਡੇ ਡਾਕਟਰ ਨੇ, ਜੋ ਆਪਦੇ ਥੱਲੇ ਵਾਲੇ ਨੂੰ ਨਾ ਉੱਠਣ ਦੇਣ, ਫਿਰ ਉਹ ਕੱਲੇ ਚਿਹਰਾ ਬਣੇ ਰਹਿੰਦੇ ਨੇ। ਕਿ ਜਿੱਦਾਂ ਥੱਲੇ ਵਾਲੇ ਉੱਠ ਕੇ ਕੰਮ ਕਰਦੇ ਨੇ, ਉਦੋਂ 20 ਇੱਕੋ ਸਪੈਸ਼ਲਿਟੀ ਦੇ ਹੋ ਜਾਂਦੇ ਨੇ, ਜਿਹੜਾ ਮਰਜ਼ੀ ਕੋਈ ਚੁਣ ਲੇ ਵੀ ਮੈਂ ਤਾਂ ਇਹ ਤੋਂ ਕਰਾਉਂ ਜੀ, ਮੈਂ ਤਾਂ ਇਹ ਤੋਂ ਕਰਾਉਂ ਜੀ। ਚਿਹਰਿਆਂ ਦੀ ਰਾਜਨੀਤੀ ਇੱਕ ਅਧਿਕਾਰਵਾਦ ਚੋਂ ਨਿਕਲਦੀ ਹੈ, ਨਾ ਕਿ ਇੱਕ ਅਧਿਕਾਰਵਾਦ ਚਿਹਰਿਆਂ ਚੋਂ ਨਿਕਲਦਾ। ਸੋ ਇਹ ਰਾਜਨੀਤੀ ਦਾ ਕੋਈ ਮਤਲਬ ਨਹੀਂ ਹੈ। ਇਹ ਲੋਕਾਂ ਨੂੰ ਕਿਉਂਕਿ ਇਕੱਠੇ ਨਹੀਂ ਕਰਦੇ, ਇਸ ਕਰਕੇ ਇਹਨਾਂ ਦੀ ਚਿਹਰਿਆਂ ਦੀ ਰਾਜਨੀਤੀ ਦੇ ਉੱਤੇ ਪੈਸੇ ਦੇ ਨਾਲ, ਧਨ, ਬਾਹੂਬਲ, ਇਹ ਦੋ ਦੇ ਸਹਾਰੇ ਰਾਜਨੀਤੀ ਚੱਲਦੀ ਹੈ। ਉਹ ਧਨ ਤੇ ਬਾਹੂਬਲ ਪਰਿਵਾਰਾਂ ਦੇ ਕੋਲ ਸੀਮਤ ਹੋ ਗਿਆ। ਔਰ ਉਹ ਸਾਰੇ ਪਰਿਵਾਰ, ਇੱਕ ਗੱਲ ਅਗਲੀ ਗੱਲ ਹੈ, ਆਪ ਵੀ ਵਪਾਰੀ ਨੇ ਤੇ ਵੱਡੇ ਜਿਹੜੇ ਅੰਬਾਨੀ ਅਡਾਨੀ ਨੇ, ਮਲਟੀਨੈਸ਼ਨਲਾਂ ਨੇ, ਜਿਹੜੀਆਂ ਬਹੁਤ ਕਮੀ ਕਾਰਪੋਰੇਸ਼ਨਾਂ ਨੇ, ਜਿਹੜੇ ਦੇਸੀ ਤੇ ਵਿਦੇਸ਼ੀ ਸਰਮਾਏਦਾਰ ਨੇ ਵੱਡੇ, ਉਹਨਾਂ ਸਰਮਾਏਦਾਰਾਂ ਨਾਲ ਰਲੀਆਂ ਹੋਈਆਂ ਨੇ ਕਿ ਉਹ ਭਾਈਆਂ ਤਾਂ ਹੈਗੀਆਂ ਨੇ ਆਪਣਾ ਸ਼ਿਕਾਰ ਦੇ ਨਾਲ, ਪਰ ਸਹਾਇਤਾ ਕਰਦੀਆਂ ਨੇ ਸ਼ਿਕਾਰੀ ਦੀ ਕਿ ਚੱਕਦੇ ਵੱਡੇ। ਸੋ ਇਸ ਕਰਕੇ ਅੱਜ ਇਹਨਾਂ ਪਾਰਟੀਆਂ ਦਾ ਜਿੰਨਾ ਚਿਰ ਇਹ ਨਹੀਂ ਦੇਖਣਗੇ ਕਿ ਇਨਹੀਂ ਕੀ ਕਿਰਪਾ ਸੇ ਸਜੇ ਹੈ ਹਮ, ਜਿੰਨਾ ਚਿਰ ਇਹ ਨਹੀਂ ਕਹਿਣਗੇ ਪਾਰਟੀਆਂ ਦੇ ਵਿਦਨ ਵੀ, ਦੇਸ਼ ਦੇ ਅੰਦਰ ਵੀ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਜੇ ਸਭੇ ਸਾਂਝੀ ਵਾਲ ਕਿਸੇ ਪਾਰਟੀਆਂ 'ਚ ਨਹੀਂ ਹੋਏਗਾ ਤੇ ਫਿਰ ਚਿਹਰੇ ਦੀ ਗੱਲ ਆਏਗੀ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ। ਇਹ ਤਾਂ ਸੀਗੀ ਗੱਲ ਸੱਤਾ ਦੇ ਕੇਂਦਰੀਕਰਨ ਦੀ। ਜਦੋਂ ਆਪਾਂ ਸੰਸਥਾਵਾਂ ਦੇ ਕੇਂਦਰੀਕਰਨ ਦੀ ਗੱਲ ਕਰਦੇ ਹਾਂ, ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਜਿਹੜੇ ਲੀਡਰ ਨੇ ਉਹ ਡਰਦੇ ਸੀ ਸੀਡੀ ਦੇ ਕੋਲੋਂ, ਹੁਣ ਈਡੀ ਦੇ ਕੋਲੋਂ ਡਰਦੇ ਨੇ, ਹੁਣ ਸੀਬੀਆਈ ਤੋਂ ਡਰਦੇ ਨੇ, ਇਨਕਮ ਟੈਕਸ ਤੋਂ ਡਰਦੇ ਨੇ,
ਕੋਈ ਨਾ ਕੋਈ ਤਾਂ ਪਾਲਾ ਉਹਨਾਂ ਦਾ ਰਹਿ ਹੀ ਜਾਂਦਾ ਹੈ ਕਿ ਕਿਤੇ ਨਾ ਕਿਤੇ ਤਾਂ ਕੋਈ ਚੋਰ ਮੋਰੀ ਇਹੋ ਜਿਹੀ ਹੁੰਦੀ ਹੈ ਜਿਹੜੀਆਂ ਪਤਾ ਹੁੰਦਾ ਹੈ ਸਿਆਸਤਦਾਨਾਂ ਨੂੰ ਕਿ ਇੱਥੋਂ ਇਸ ਬੰਦੇ ਨੂੰ ਕਿਵੇਂ ਚੁੱਕਣਾ, ਜੋ ਕੁਝ ਪੱਛਮੀ ਬੰਗਾਲ 'ਚ ਹੋ ਰਿਹਾ। ਮਾਣਯੋਗ ਸੁਪਰੀਮ ਕੋਰਟ ਨੇ ਈਡੀ ਦੀਆਂ ਤਾਕਤਾਂ ਦੇ ਉੱਤੇ ਮੋਹਰ ਲਾਈ ਹੈ, ਉਹਦੇ ਉੱਤੇ ਵੀ ਬੜੇ ਸਵਾਲ ਉੱਠ ਰਹੇ ਨੇ। ਹਾਲਾਂਕਿ ਈਡੀ ਦੀਆਂ ਤਾਕਤਾਂ ਨੂੰ ਲੈ ਕੇ ਇਹ ਜ਼ਰੂਰ ਹੋਣਾ ਚਾਹੀਦਾ ਕਿ ਈਡੀ ਦੀਆਂ ਤਾਕਤਾਂ ਉਦੋਂ ਆਪਾਂ ਮੰਨ ਸਕਦੇ ਹਾਂ ਸਹੀ ਮਾਇਨੇ ਵਿੱਚ ਕੰਮ ਕਰ ਰਹੀਆਂ ਜਦੋਂ ਸਹੀ ਲੋਕਾਂ ਨੂੰ ਜਾਂ ਸਹੀ ਦਿਸ਼ਾ ਦੇ ਵਿੱਚ ਕੰਮ ਕਰ, ਜਦੋਂ ਕਿਸੇ ਦੇ ਇਸ਼ਾਰੇ ਨਾਲ ਕੰਮ ਕਰਦੀਆਂ ਫਿਰ ਸਵਾਲ ਖੜੇ ਹੁੰਦੇ ਨੇ। ਮੈਂ ਸੁਖਵਿੰਦਰ ਜੀ ਥੋੜਾ ਜਿਹਾ ਇਸ ਤੇ ਡਿਫਰ ਕਰਦਾ, ਸ਼ਾਇਦ ਲੋਕਾਂ ਨੂੰ ਚੰਗਾ ਵੀ ਨਾ ਲੱਗੇ। ਕੋਈ ਤਾਕਤ, ਮੈਂ ਯੂਨੀਵਰਸਿਟੀ ਦਾ ਰਜਿਸਟਰ ਰਿਹਾ ਤੇ ਮੈਂ ਉੱਥੇ ਐਰੋਗੈਂਟ ਹੋ ਕੇ ਬੰਦਾ ਵੀ ਮੈਂ ਤਾਂ ਬੱਚਿਆਂ ਨੂੰ ਐਂ ਕਰੂੰਗਾ, ਇਹ ਤਾਂ ਨਕਲ ਮਾਰਨਗੇ, ਨਾ ਬਿਲਕੁਲ ਨਹੀਂ। ਇਹ ਮੇਰੀ ਡਿਊਟੀ ਹੈ ਕਿ ਕੰਮ ਠੀਕ ਚੱਲੇ। ਮੈਂ ਸੇਵਕ ਹਾਂ, ਨਾ ਕਿ ਮੈਂ ਡਿਕਟੇਟਰ ਹਾਂ। ਈਡੀ ਦਾ ਕੰਮ ਹੈ, ਈਡੀ ਨੂੰ ਕਿਉਂ ਤਾਕਤ ਦਿੱਤੀ? ਮੈਂ ਕਹਿੰਦਾ ਕੋਈ ਗਲਤ ਬੰਦਾ ਉਹਨੂੰ ਫੜ ਲੇਗੀ ਈਡੀ ਆਪੇ। ਇਹ ਉਹਨੂੰ ਸਾਬਤ ਕਰਨ ਦਾ, ਜੇ ਕਾਤਲ ਨੂੰ ਵੀ ਅਸੀਂ ਮੌਕਾ ਦਿੰਦੇ ਹਾਂ ਕਿ ਤੂੰ ਸਾਬਤ ਕਰ, ਦੂਜੀ ਧਿਰ ਸਾਬਤ ਕਰੇ ਕਿ ਕਾਤਲ ਹੈ, ਤਾਂ ਫਿਰ ਈਡੀ ਦਾ ਕਿਉਂ ਅਸੀਂ ਇਹਦੇ ਉੱਤੇ ਰੌਲਾ ਪਾਉਂਦੇ ਹਾਂ? ਮਿਸਯੂਜ਼ ਹੈ ਇਹ, ਕਿਉਂਕਿ ਜਿਹੜੇ ਇਹ ਮਾਲੀਆ ਹੋਣੀ ਬਾਹਰ ਭੱਜ ਜਾਂਦੇ ਨੇ, ਜਿਹੜੇ ਅੰਬਾਨੀਆਂ ਅਡਾਨੀਆਂ ਨੇ 60 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੋਇਆ ਉਹ ਦੇ ਨਹੀਂ ਰਹੇ, ਬੈਂਕਾਂ ਫੇਲ ਹੋ ਰਹੀਆਂ ਨੇ, ਉਦੋਂ ਤਾਂ ਈਡੀ ਨੂੰ ਕਿਤੇ ਨਹੀਂ ਦਿਖਦਾ। ਸੰਸਥਾਵਾਂ ਦਾ ਕੇਂਦਰੀਕਰਨ, ਸੰਸਥਾਵਾਂ ਦੇ ਉੱਤੇ ਕਬਜ਼ਾ, ਦੇਸ਼ ਦੇ ਨਾਗਰਿਕ ਤੋਂ ਸੰਵਿਧਾਨ ਦੇ ਤੌਰ ਤੇ ਮਿਲਿਆ ਹੋਇਆ ਹੱਕ ਕਿ ਪਹਿਲਾਂ ਜਿਹਨੇ ਦੋਸ਼ ਲਾਇਆ ਉਹ ਸਾਬਤ ਕਰੇਗਾ ਕਿ ਦੋਸ਼ੀ ਹੈ, ਨਾ ਕਿ ਦੋਸ਼ੀ ਸਾਬਤ ਕਰੇਗਾ ਨਿਰਦੋਸ਼ ਆਪਣੇ ਆਪ ਨੂੰ, ਦੋਸ਼ੀ ਬਾਅਦ ਚ ਨਿਰਦੋਸ਼ ਸਾਬਤ ਕਰੇਗਾ। ਇਹ ਜਿਹੜਾ ਸਾਡਾ, ਇਹ ਐਵੇਂ ਨਹੀਂ ਬਣਾਇਆ ਸੀ। ਇਹ ਬਣਾਇਆ ਕਿਹਨਾਂ ਨੇ ਸੀ? ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਸੀ, ਜਿਨ੍ਹਾਂ ਨੇ ਸਿਰ ਦਿੱਤੇ ਸੀ, ਜਿਹੜੇ ਜੇਲ੍ਹਾਂ 'ਚ ਰਹੇ ਸੀ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਕੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ ਸੀ, ਉਹਨਾਂ ਨੇ ਬਣਾਇਆ ਸੀ। ਇਹ ਉਹਨਾਂ ਦੀ ਤਹੀਨ ਹੈ। ਮੈਂ ਕਹਿੰਦਾ ਇਹ ਕਹਿੰਦੇ ਪੜ੍ਹੇ ਲਿਖੇ ਸਿਆਣੇ ਨੇ, ਮੈਂ ਕਹਿੰਦਾ ਅਨਪੜ੍ਹ ਦੂਸਰੇ ਨੇ ਫਿਰ ਵੀ ਕਹਿੰਦੇ ਯਾਰ ਸਾਡੇ ਬਾਪ ਦਾਦਿਆਂ ਦਾ ਕਰਿਆ ਹੋਇਆ, ਆਪਾਂ ਇੰਨੀ ਮਿੱਟੀ ਨਾ ਪਾਈਏ ਉਹਦੇ ਤੇ। ਇਹ ਵੀ ਤਾਂ ਬਾਪ ਦਾਦੇ ਹੀ ਨੇ ਸਾਡੇ, ਜਿਹੜੇ ਆਜ਼ਾਦੀ ਦੀ ਲੜਾਈ ਸੀ ਉਹ ਦੇਸ਼ ਦੇ ਬਾਪ ਦਾਦੇ ਕਹਿ ਲਓ, ਉਹਨਾਂ ਨੇ ਕਰਿਆ। ਐਡਾ ਵੱਡਾ ਸੰਵਿਧਾਨ ਬਣਾਇਆ, ਇੰਨਾ ਸੋਚ ਸਮਝ ਕੇ ਬਣਾਇਆ, ਇੰਨੀਆਂ ਬਹਿਸਾਂ ਹੋਈਆਂ ਨੇ, ਇੰਨੀਆਂ ਤਾਂ ਸਾਡੀ ਕੋਈ ਸੰਸਥਾ ਅੱਜ, ਜਿੰਨੀਆਂ ਬਹਿਸਾਂ ਉੱਥੇ ਹੋਈਆਂ ਨੇ, ਇੰਨੀਆਂ ਬਹਿਸਾਂ ਤਾਂ ਸਾਡੀ ਸੰਸਥਾ ਕੋਈ ਕਰਦੀ ਹੋਈ ਨਹੀਂ, ਜਿੰਨੀਆਂ ਰਿਕਾਰਡ ਹੋਈਆਂ ਨੇ, ਜਿੰਨੇ ਇੱਕ ਇੱਕ ਸ਼ਬਦ ਦੇ ਉੱਤੇ ਜ਼ੋਰ ਲੱਗਿਆ ਹੋਇਆ। ਅਸੀਂ ਕਿੰਨੇ ਕੁ ਸਿਆਣੇ ਆ ਗਏ ਵੀ ਅਸੀਂ ਫਟਾਫਟ ਇਹਨੂੰ ਬਦਲ ਦਈਏ। ਸੋ ਇਹ ਤਾਕਤ ਨਾਲ ਬਦਲਿਆ ਜਾ ਰਿਹਾ ਹੈ, ਜੋ ਵੀ ਬਦਲਿਆ ਜਾ ਰਿਹਾ ਹੈ। ਇਹ ਸੰਵਿਧਾਨ ਦੀ ਜਿਹੜੀ ਅਸੀਂ ਕਹਾਂਗੇ ਸਪਿਰਿਟ, ਜਿਹੜੀ ਉਹਦੀ ਆਤਮਾ ਹੈ, ਜਿਹੜੀ ਸੰਵਿਧਾਨ ਦੀ ਸੋਚ ਹੈ, ਉਹਦੇ ਮੁਤਾਬਕ ਨਹੀਂ ਹੈ। ਈਵਨ ਸੰਵਿਧਾਨ ਦੇ ਅੱਖਰਾਂ ਮੁਤਾਬਕ ਨਹੀਂ ਹੈ। ਅਸੀਂ ਕਹਿੰਦੇ ਲੈਟਰ ਐਂਡ ਸਪਿਰਿਟ, ਯਾਨੀ ਕਿ ਜੋ ਇਸ ਦੀ ਧਾਰਨਾ ਹੈ ਤੇ ਜੋ ਇਸ 'ਚ ਲਿਖਿਆ ਹੈ, ਉਹਨਾਂ ਦੋਹਾਂ ਦਾ ਧਿਆਨ ਰੱਖਣਾ ਹੁੰਦਾ ਹੈ। ਲੈਟਰ ਐਂਡ ਸਪਿਰਿਟ ਮੈਨੂੰ ਕੀ ਦੱਸਦਾ ਹੈ? ਮੈਂ ਵੀ ਕਿਉਂਕਿ ਇਹਨਾਂ ਕੰਮਾਂ 'ਚ ਕੰਮ ਕਰਦਾ, ਲੈਟਰ ਐਂਡ ਸਪਿਰਿਟ ਮੈਨੂੰ ਦੱਸਦਾ ਵੀ ਮਰੀਜ਼ ਦਾ ਇਲਾਜ ਕਦ ਕਿਵੇਂ ਕਰੀਦਾ ਹੈ। ਜੇ ਮੈਨੂੰ ਲੱਗਦਾ ਵੀ ਮਰੀਜ਼ ਨੇ 'ਚੋਂ ਬਚਣਾ ਹੀ ਨਹੀਂ, ਤਾਂ ਮੈਂ ਉਹਨੂੰ ਕਹਿੰਦਾ ਵੀ ਤੂੰ ਨਾ ਕਰਾ, ਸਮਝਾਵਾਂ ਆਪਦੇ ਵੱਲੋਂ। ਇਹ ਨਹੀਂ ਹੈ ਕਿ ਮੇਰੇ ਪੈਸੇ ਬਣਨੇ ਨੇ ਜਾਂ ਮੇਰਾ ਕੇਸ ਬਣ ਜਾਣਾ ਹੈ ਜਾਂ ਮੈਨੂੰ ਫਿਰ ਇੱਕ ਪੇਪਰ ਲਿਖ ਦੇਣਾ ਮੈਂ ਇਸ ਦੇ ਉੱਤੇ ਵੀ ਇਹ ਬੜਾ ਔਖਾ ਆਪਰੇਸ਼ਨ ਮੈਂ ਕਰਿਆ, ਮਰੀਜ਼ ਭਾਵੇਂ ਨਾ ਬਚੇ। ਨਾ, ਸੰਕਲਪ, ਧਾਰਨਾ ਤੇ ਅੱਖਰ ਜੋ ਲਿਖਿਆ, ਲਿਖਤ, ਇਹਨਾਂ ਦੋਹਾਂ ਦਾ ਧਿਆਨ ਰੱਖਣਾ ਹੁੰਦਾ ਹੈ। ਔਰ ਧਿਆਨ ਕਿਹਨੇ ਰੱਖਣਾ? ਜਿਹੜੇ ਮਾਹਰ ਨੇ। ਸਧਾਰਨ ਬੰਦੇ ਨੂੰ ਤਾਂ ਪਤਾ ਨਹੀਂ ਨਾ। ਜੇ ਡਾਕਟਰੀ 'ਚ ਕੋਈ ਕਰਨਾ ਫੈਸਲਾ ਤਾਂ ਡਾਕਟਰਾਂ ਨੂੰ ਰੱਖਣਾ ਧਿਆਨ, ਜੇ ਵਿਦਿਅਕ ਸੰਸਥਾ ਕਰਦਾ ਵਿਦਿਆਲਿਆਂ ਨੂੰ ਰੱਖਣਾ ਪਊ, ਜੇ ਕਾਨੂੰਨ 'ਚ ਕਰਨਾ ਤਾਂ ਕਾਨੂੰਨ ਵਿਦਾਂ ਨੂੰ ਰੱਖਣਾ ਪਊ, ਚਾਹੇ ਉਹ ਬੈਂਚ ਤੇ ਨੇ, ਚਾਹੇ ਉਹ ਵਕੀਲ ਨੇ, ਚਾਹੇ ਉਹ ਕਾਲਜਾਂ 'ਚ ਪੜ੍ਹਾਉਂਦੇ ਨੇ ਕਾਨੂੰਨਿਆਂ 'ਚ। ਜੇ ਕੋਈ ਇੰਜੀਨੀਅਰਿੰਗ ਦਾ ਫੈਸਲਾ ਤਾਂ ਇੰਜੀਨੀਅਰਿੰਗ ਵਾਲਿਆਂ ਨੇ ਕਰਨਾ ਹੋਊਗਾ। ਸੋ ਇਸ ਕਰਕੇ ਜਿਹੜੇ ਵੀ ਫੈਸਲੇ ਕਰਨੇ ਹੁੰਦੇ ਨੇ ਉਹ ਏਕਾਧਿਕਾਰਵਾਦ ਨਾਲ ਨਹੀਂ ਚੱਲਦੇ, ਉਹ ਸੰਸਥਾਵਾਂ ਚਾਹੇ ਕਹੇ ਤੋਂ ਨਹੀਂ ਚੱਲਦੇ ਵੀ ਜੋ ਮਰਜ਼ੀ, ਬਲਕਿ ਜਿੰਨੀ ਤੁਸੀਂ ਪਾਰਦਰਸ਼ਤਾ ਰੱਖੋਗੇ, ਜਿੰਨੇ। ਇੱਕ ਛੋਟੀ ਜਿਹੀ ਲਾਸਟ ਉਦਾਹਰਨ ਮੈਂ ਆਪਦੀ ਦਿੰਦਾ। ਮੈਂ ਕਹਿਣਾ ਹੁੰਦਾ ਵੀ ਜੇ ਤੁਸੀਂ ਮਰੀਜ਼ ਦਾ ਆਪਰੇਸ਼ਨ, ਗੁੰਝਲਦਾਰ ਤੋਂ ਗੁੰਝਲਦਾਰ ਆਪਰੇਸ਼ਨ ਕਰਨਾ ਹੈ, ਉਦੋਂ ਵੀ ਜੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਤੁਸੀਂ ਭਰੋਸੇ 'ਚ ਨਹੀਂ ਲੈਂਦੇ, ਉਹਨਾਂ ਨੂੰ ਸਾਰੀ ਗੱਲ ਨਹੀਂ ਸਮਝਾਉਂਦੇ ਵੀ ਕਿਵੇਂ ਕਰਾਂਗੇ, ਕੀ ਕਰਾਂਗੇ, ਇਹ ਤਾਂ ਨਹੀਂ ਉਹਨੂੰ ਦੱਸਦੇ ਅਸੀਂ ਵੀ ਧਾਗਾ ਇਹ ਜਿਹਾ ਲਾਵਾਂਗੇ, ਮਤਲਬ ਵੀ ਆਪਰੇਸ਼ਨ 'ਚ ਅਸੀਂ ਆਹ ਗੱਲ ਕਰਾਂਗੇ, ਇਹਦੇ ਆਹ ਫਾਇਦੇ ਆਹ ਨੁਕਸਾਨ ਹੋ ਸਕਦੇ ਨੇ, ਉਹਨਾਂ ਨੂੰ ਜੇ ਉਹ ਤੁਹਾਡੇ ਨਾਲ ਕੈਰੀ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਕੋਈ ਵਕੀਲ ਜ਼ੋਰ ਲਾ ਲੇ, ਉਹਨਾਂ ਨੂੰ ਕੋਈ ਵਿਰੋਧੀ ਜ਼ੋਰ ਲਾ ਲੇ ਤੁਹਾਡਾ, ਉਹ ਤੁਹਾਡੇ ਉੱਤੇ ਅਰਜੀ ਨਹੀਂ ਦਿੰਦੇ ਜੇ ਮਰੀਜ਼ ਮਰ ਵੀ ਜਾਵੇ, ਬਲਕਿ ਤੁਹਾਡੇ ਪੈਰੀਂ ਹੱਥ ਲਾਉਂਦੇ ਨੇ ਕਿ ਨਹੀਂ ਜੀ ਤੁਸੀਂ ਬਹੁਤ ਸੋਹਣਾ ਕਰਿਆ, ਕਿਉਂਕਿ ਤੁਸੀਂ ਉਹਨਾਂ ਨੂੰ ਦੱਸਤਾ ਵੀ ਦੇਖੋ ਆਪਾਂ ਤਾਂ ਆਹ ਕਰਨਾ। ਟਰਾਂਸਪੇਰੈਂਸੀ ਜਿਹੜੀ ਹੈ, ਪਾਰਦਰਸ਼ਤਾ, ਜਵਾਬਦੇਹੀ, ਜ਼ਿੰਮੇਵਾਰੀ। ਮੈਂ ਆਪਰੇਸ਼ਨ ਕਰ, ਕੋਈ ਮੈਂ ਕੀ ਕਰਾਂ ਯਾਰ, ਮੈਂ ਤਾਂ ਆਪਰੇਸ਼ਨ ਕਰਤਾ, ਹੁਣ ਬਚਾਉਣਾ ਮੇਰੇ ਹੱਥ ਥੋੜ੍ਹਾ ਹੈ, ਮੇਰੇ ਹੱਥ ਨਹੀਂ ਹੈ ਬਚਾਉਣਾ, ਪਰ ਮੈਂ ਇਹ ਤਾਂ ਕਹਿ ਸਕਦਾ ਵੀ ਯਾਰ ਮੈਂ ਪੂਰਾ ਜ਼ੋਰ ਲਾਇਆ ਸੀ, ਤੁਸੀਂ ਵੀ ਲਾਇਆ ਸੀ, ਇਹ ਨਹੀਂ ਬਚਿਆ, ਮੈਂ ਕਿਹਾ ਮੈਂ ਕੀ ਕਰਾਂ? ਇਹ ਜ਼ਿੰਮੇਵਾਰੀ ਦਾ ਜਵਾਬ ਨਹੀਂ ਹੈ।
ਇਹ ਗਲਤ ਜਵਾਬ ਹੈ। ਜੇ ਮੈਂ ਕਹਾਂ ਵੀ ਤੁਸੀਂ ਕੀ ਲੈਣਾ, ਮੈਂ ਜੋ ਕਰਨਾ ਸੀ ਕਰਤਾ, ਇਹ ਪਾਰਦਰਸ਼ਤਾ ਤੇ ਘਾਟ ਹੈ। ਮੈਂ ਕਹਾਂ ਦੇਖੋ ਮੈਂ ਆਹ ਕਰਿਆ, ਆਹ ਫਾਈਲ 'ਚ ਵੀ ਲਿਖਿਆ, ਤੁਸੀਂ ਜਦ ਮਰਜ਼ੀ ਦਿਖਾ ਲਿਓ, ਆਹ ਲਓ ਕਾਪੀ ਨਹੀਂ ਲੈ ਲਓ। ਜਵਾਬਦੇਹੀ ਮੈਨੂੰ ਆ ਕੇ 4 ਬੰਦੇ ਪੁੱਛਦੇ ਨੇ, ਅਨਪੜ੍ਹ ਨੇ ਉਹ, ਕਿ ਸਾਡਾ ਮਰੀਜ਼ ਮਰ ਗਿਆ, ਗੱਲ ਕੀ ਹੋਈ ਹੈ। ਮੈਂ ਉਹਨਾਂ ਨੂੰ ਜਵਾਬ ਦਿਆਂ ਵੀ ਐਸ ਕਰਕੇ ਹੋਇਆ। ਇਹ ਨਾ ਕਹਾਂ ਤੁਹਾਨੂੰ ਕੀ ਪਤਾ, ਮੈਂ ਤਾਂ ਪੂਰਾ ਜ਼ੋਰ ਲਾਇਆ, ਮੈਂ ਤਾਂ ਬਹੁਤ ਇਮਾਨਦਾਰ ਹਾਂ, ਮੈਂ ਤਾਂ ਬੜਾ ਮਾਹਰ ਹਾਂ, ਮੇਰੇ ਕੋਲ ਤਾਂ ਐਡਾ ਵੱਡਾ ਹਸਪਤਾਲ ਹੈ। ਇਹ ਜਵਾਬ ਨਹੀਂ ਹੈ ਉਹਦਾ। ਮੈਂ ਦੱਸਾਂ ਵੀ ਦੇਖੋ ਗੱਲ ਹੈ, ਤੁਹਾਡੇ ਮਰੀਜ਼ ਦੀ ਆਹ ਹੱਦ ਸੀ, ਆਪਾਂ ਨੇ ਆਹ ਕੁਛ ਕਰਿਆ, ਇਸ ਜ਼ੋਰ ਪੂਰਾ ਲਾਇਆ, ਪਰ ਇਹ ਨਹੀਂ ਬਚਿਆ। ਤੇ ਜੇ ਤੁਹਾਨੂੰ ਕੋਈ ਅਜੇ ਵੀ ਸ਼ੰਕਾ ਹੈ, ਤੁਹਾਨੂੰ ਲੱਗਦਾ ਹੋ ਸਕਦਾ ਵੀ ਇਹ ਡਾਕਟਰ ਨੇ ਠੀਕ ਨਹੀਂ ਕਰਿਆ ਸਾਡਾ, ਤਾਂ ਵੀ ਤੁਸੀਂ ਕਾਗਜ਼ ਲੈ ਜਾਓ, ਜਿੱਥੇ ਦਿਖਾਉਣੇ ਨੂੰ ਦਿਖਾ ਲਓ, ਤਾਂ ਕਿ ਤੁਹਾਡੇ ਮਨ ਦੀ ਤਸੱਲੀ ਰਹੇ। ਇਹ ਹੈ ਜਵਾਬਦੇਹੀ। जवाबदेही ये नहीं है, बिल्कुल नहीं है जवाबदेही भी हमने करता जी, हम महाराज जी, हमारे को कानून है जी, कानून की पावर हैगी है साडे कोले, पर कानून की पावर का होने का मतलब ये थोड़ा भी असीं लोगों नूं जवाबदेही नहीं हैगे। बिल्कुल। सो इस करके साडे सिस्टम दे विच जो तुसीं सवाल करिया है सुखविंदर जी, जायज़ सवाल है कि साडियां संस्थावां एक अधिकारवाद वल नूं चल रहीआं ने, चाहे वो महाराज दीआं संस्थावां ने, चाहे वो विद्वानां दीआं संस्थावां ने, जद कि साडा जिहड़ा सभ्याचार जिहदी गल करदे ने ਉੱਥੇ ਤਾਂ ਖੁੱਲ੍ਹ ਕੇ ਗੱਲ ਕਰਦੇ ਸੀ। ਉੱਥੇ ਤਾਂ ਗੁਰੂ ਨਾਨਕ ਦੇਵ ਜੀ ਨੇ ਹੋਰ ਕੀ ਕਿਹਾ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਇਹ ਕਿਉਂ ਕਿਹਾ ਗਿਆ? ਜਿੱਥੇ ਕਿਤੇ ਉਹਨਾਂ ਨੇ ਕਹਿਤਾ, ਸਿੱਧਾ ਨੇ ਆਪ ਹੀ ਸਵਾਲ ਕਰਤਾ ਤੇ ਆਪ ਹੀ ਜਵਾਬ ਦੇਤਾ, ਤੇ ਬਾਬਾ ਕਹਿਣ ਲੱਗੇ ਵੀ ਤੁਸੀਂ ਤਾਂ ਆਪ ਹੀ ਸਵਾਲ ਕਰੀ ਜਾਂਦੇ ਹੋ, ਆਪ ਹੀ ਜਵਾਬ ਦਿੰਦੇ ਹੋ, ਆਪ ਹੀ ਵੱਡੇ ਵਿਦਵਾਨ ਹੋ, ਹੁਣ ਮੈਂ ਤੁਹਾਨੂੰ ਕੀ ਗੱਲ ਕਰਨੀ ਹੈ। ਨਾ ਦਿਆਂ ਸਿੱਧਾ ਨੂੰ ਸਮਝ ਆ ਗਿਆ ਚਰਪਣਦਾਸ ਨੂੰ, ਕਹਿੰਦੇ ਰੋਸ ਨਾ ਕੀਜੇ ਉੱਤਰ ਬੀਤੇ। ਚਰਪਣਦਾਸ ਨੂੰ ਕਹਿਣਾ ਪਿਆ ਕਿ ਨਹੀਂ ਬਾਬਾ, ਬਾਬਾ ਤਾਂ ਇਕੱਲਾ ਸੀ, ਡੇਰੇ ਉਹਨਾਂ ਦੇ 'ਚ ਗਿਆ ਹੋਇਆ ਸੀ, ਉਹ ਐਡਾ ਵੱਡਾ ਡੇਰਾ ਚੱਲਦਾ ਸੀ। ਉੱਥੇ ਵੀ ਉਹਨੂੰ ਮਹਿਸੂਸ ਹੋਇਆ ਚਰਪਣਦਾਸ ਨੂੰ ਵੀ ਮੇਰੀ ਗੱਲ ਦਾ ਗੁੱਸਾ ਕਰ ਗਿਆ ਬਾਬਾ, ਤੇ ਉਹਨੇ ਆਖਿਆ ਗੁੱਸਾ ਨਾ ਕਰੋ, ਹੈ ਅਸੀਂ ਸੱਚੀ ਮੁੱਚੀ ਅੰਦਰੋਂ ਸਵਾਲ ਪੁੱਛ ਰਹੇ ਹਾਂ, ਇਹ ਸਾਨੂੰ ਸਮਝ ਨਹੀਂ ਆ ਰਿਹਾ ਇਹ ਕੀ ਹੈ। ਇਹ ਜ਼ਿੰਮੇਵਾਰੀ ਹੈ ਦੋਨੇ ਧਿਰਾਂ ਦੀ। ਇੱਕ ਧਿਰ ਨੇ ਕਹਿਤਾ ਵੀ ਤੁਸੀਂ ਆਪੇ ਸਵਾਲ ਕਰੀ ਜਾਂਦੇ ਯਾਰ, ਆਪੇ ਜਵਾਬ, ਜਿਵੇਂ ਇਹ ਲੋਕ ਸਭਾ 'ਚ ਵੀ ਤਾਂ ਕਹਿ ਸਕਦੇ ਨੇ ਵੀ ਦੇਖੋ ਜੀ ਇਹ ਆਪੇ ਕਰੀ ਜਾਂਦੇ ਨੇ, ਹੁਣ ਜੇ ਸਾਡੀ ਗੱਲ ਸੁਣਨੀ ਹੋਈ ਨਹੀਂ ਫਿਰ ਠੀਕ ਹੈ, ਫਿਰ ਤੁਹਾਡੀ ਮਰਜ਼ੀ, ਫਿਰ ਤਾਂ ਸਪੀਕਰ ਸਾਹਿਬ ਨੂੰ ਸੋਚਣਾ ਹੀ ਪਊ ਵੀ ਨਹੀਂ 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 ਤੁਹਾਡੀ ਗੱਲ ਕਹਿਣ ਦਾ ਮੌਕਾ ਹੈ, ਤੁਸੀਂ ਕਹੋ। ਔਰ ਮੈਂ ਕਿਉਂ ਕਹਿਣਾ, ਇੱਕ ਲਾਈਨ 'ਚ ਮੈਂ ਗੱਲ ਆਪਦੀ ਦੱਸਾਂਗਾ, ਹਾਲਾਂਕਿ ਆਪਾਂ ਕਹਿਣਾ ਬਹੁਤ ਏਕਾਧਿਕਾਰ ਹੁੰਦਾ। ਮੈਂ ਇੱਕ ਬਹੁਤ ਉੱਚ ਤਾਕਤੀ ਕਮੇਟੀ ਦਾ ਮੈਂਬਰ ਸੀ ਸਿੱਖਿਆ ਨੀਤੀ ਬਣਾਉਣ ਵਾਸਤੇ। ਮੰਤਰੀ ਵਿੱਚ ਬੈਠੇ ਨੇ, ਸੈਕਟਰੀ ਬੈਠੇ ਨੇ, ਪ੍ਰਿੰਸੀਪਲ ਸੈਕਟਰੀ ਹੋਰ, ਤੇ ਮੈਂ ਕਹਿਤਾ, ਮੈਂ ਕਿਹਾ ਜੀ ਪਹਿਲਾਂ ਮੰਤਰੀ ਸਾਹਿਬ ਤੁਸੀਂ ਇਹ ਫੈਸਲਾ ਕਰ ਲਓ ਵੀ ਤੁਸੀਂ ਸਿੱਖਿਆ ਚਾਹੁੰਦੇ ਹੋ ਜਾਂ ਲੋਕਾਂ ਤੇ ਰਾਜ ਕੁੱਟ ਕੇ ਕਰਨਾ ਚਾਹੁੰਦੇ ਹੋ। ਉਸ ਮੰਤਰੀ ਨੇ ਅੱਜ ਉਹ ਦੁਨੀਆ 'ਚ ਨਹੀਂ ਹੈ, ਉਹ ਅਕਾਲੀ ਦਲ ਨੂੰ ਛੱਡ ਵੀ ਗਏ ਸੀਗੇ, ਫਿਰ ਦੁਬਾਰਾ ਵੀ ਚਲੇ ਗਏ ਸੀ ਉਹਨਾਂ 'ਚ। ਉਹ ਕਹਿਣ ਲੱਗੇ ਡਾਕਟਰ ਸਾਹਿਬ ਅਸੀਂ ਸੱਚੀ ਮੁੱਚੀ ਪੜ੍ਹਾ ਕੇ ਰਾਜ ਕਰਨਾ ਚਾਹੁੰਦੇ ਹਾਂ, ਲੋਕਾਂ ਨੂੰ ਸਿਆਣੇ ਬਣਾਉਣਾ ਚਾਹੁੰਦੇ ਹਾਂ, ਇਸੇ ਕਰਕੇ ਤੁਹਾਡੇ ਵਰਗੇ ਮਾਹਰਾਂ ਦੀ ਅਸੀਂ ਕਮੇਟੀ ਬਣਾਈ ਹੈ, ਤੁਸੀਂ ਰਾਏ ਦਿਓ ਅਸੀਂ ਕਰਾਂਗੇ। ਇਹ ਹੈ ਜਵਾਬ ਦੀ। ਉਹਨੇ ਨਹੀਂ ਕਿਹਾ ਅਸੀਂ ਜੋ ਕਰਨਾ ਕਰ ਲਾਂਗੇ, ਤੁਸੀਂ ਤੁਹਾਡੀ ਕਮੇਟੀ ਬਣਾਈ ਆ, ਜੋ ਤੁਸੀਂ ਕਰਨਾ ਕਰੋ, ਇਹ ਨਹੀਂ ਕਿਹਾ। ਐਂ ਵੀ ਕਹਿ ਸਕਦੇ ਸੀ, ਐਰੋਗੈਂਟ ਹੁੰਦਾ ਤਾਂ ਇਹ ਕਹਿੰਦੇ। ਉਹਨਾਂ ਨੇ ਬੜੀ ਹਲੀਮੀ ਨਾਲ, ਨਾਲੇ ਸਖਤੀ ਨਾਲ ਨਹੀਂ ਕਿਹਾ, ਹਲੀਮੀ ਨਾਲ। ਮੈਂ ਸ਼ਾਇਦ ਉਨੀ ਹਲੀਮੀ ਨਾਲ ਨਹੀਂ ਬੋਲਿਆ ਸੀ ਜਿੰਨੀ ਹਲੀਮੀ ਨਾਲ ਉਹ ਬੋਲੇ। ਇਹ ਹੁੰਦਾ ਜਵਾਬ। ਜਦ ਜਵਾਬ ਦੇ ਪਾਸੇ ਅਸੀਂ ਬੈਠੇ ਹਾਂ ਉਦੋਂ ਸਾਨੂੰ ਜ਼ਿਆਦਾ ਨਰਮੀ ਰੱਖਣੀ ਜ਼ਰੂਰੀ ਹੈ। ਜੇ ਅਸੀਂ ਉਦੋਂ ਐਰੋਗੈਂਟ ਹੋਵਾਂਗੇ ਨਾ, ਹੰਕਾਰ ਦਿਖਾਵਾਂਗੇ ਆਪਣਾ, ਫਿਰ ਤਾਂ ਉਹੀ ਗੱਲ ਹੋ ਜੂ, ਤੀਰਥ ਬਰਤਰ ਦਾਨ ਕਰ ਮਨ ਮੈਂ ਤਰੇ ਗੁਮਾਨ, ਨਾਨਕ ਨੇਫ ਜਾਤ ਤੇ ਜਿਉ ਕੁੰਚਰ ਇਸਨਾਨ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।